ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਕੋਟਕਪੂਰਾ 'ਚ ਪ੍ਰਦਰਸ਼ਨ ਕਰ ਰਹੀ ਭੀੜ ਤੇ ਗੋਲੀ ਸਾਜ਼ਿਸ਼ਨ ਚਲਾਈ ਗਈ ਸੀ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਆਪਣੀ ਚਾਰਜਸ਼ੀਟ 'ਚ ਇਹ ਇਲਜ਼ਾਮ ਲਗਾਇਆ ਹੈ ਔਰ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਬਕਾ ਡੈਪੂਟੀ ਸੀਐਮ ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਤੇ ਉਹਨਾਂ ਦੇ ਭਗਤਾਂ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ। ਮੁਕਤੀ ਗੱਲ 'ਚ ਅੱਜ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਬਕਾ ਮਿਨਿਸਟਰ ਵੀ ਹੈ, ਅੱਜ ਬਾਰੀ ਉਹਨਾਂ ਦੀ। ਮਹੇਸ਼ਿੰਦਰ ਜੀ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ। ਇਹ ਸਾਜ਼ਿਸ਼ ਰਚਨ ਦੀ ਕੀ ਲੋੜ ਪੈ ਗਈ ਸੀ 2015 ਚ ਤੁਹਾਨੂੰ? ਦੇਖੋ, ਇਹ ਕੰਵਰ ਵਿਜੇ ਪ੍ਰਤਾਪ ਦੇ ਮੁਤਾਬਕ ਸਾਜ਼ਿਸ਼ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿੰਨਾ ਤਜਰਬਾ ਉਹ ਬੰਦਾ ਆਪਣਾ ਕਲੇਮ ਕਰਦਾ ਹੈ। ਆਲ ਆਫ ਸਡਨ ਕਰਾਊਡ ਇਕੱਠਾ ਹੁੰਦਾ, ਉਹਨੂੰ ਡਿਸਪਰਸ ਕਰਨ ਲਈ ਕੋਟਕਪੂਰਾ ਵਿੱਚ ਫਾਇਰਿੰਗ ਹੁੰਦੀ ਹੈ, ਕੋਈ ਡੈਥ ਨਹੀਂ ਹੁੰਦੀ, ਇੱਕ ਦੇ ਇੰਜਰੀ ਹੁੰਦੀ ਹੈ, 307 ਦਾ ਕੇਸ ਰਜਿਸਟਰ ਹੋ ਜਾਂਦਾ ਹੈ। ਉਦੋਂ ਬਾਅਦ ਉਸ ਵੇਲੇ ਬਹਿਬਲ ਕਲਾਂ 'ਚ ਕੋਈ ਇਕੱਠ ਨਹੀਂ, ਕੁਛ ਨਹੀਂ। ਜਿਹੜੇ ਬੰਦੇ ਕੋਟਕਪੂਰਾ ਤੋਂ ਡਿਸਪਰਸ ਕੀਤੇ ਗਏ, ਇਮੀਡੀਏਟਲੀ ਉਹਨਾਂ ਨੇ ਆਪਣਾ ਵੈਨਿਊ ਸ਼ਿਫਟ ਕਰਕੇ ਬਹਿਬਲ ਕਲਾਂ ਚਲੇ ਗਏ, ਜਿੱਥੇ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਕੋਈ ਇਕੱਠ ਹੋਣਾ। ਉੱਥੇ ਇਕੱਠ ਹੋਇਆ ਤੇ ਇਹ ਮੈਨੂੰ ਨਹੀਂ ਸਮਝ ਲੱਗਦੀ ਕਿ ਸਾਜ਼ਿਸ਼ ਰਾਮ ਰਹੀਮ, ਗੁਰਮੀਤ ਰਾਮ ਰਹੀਮ ਨਾਲ ਤੇ ਡਿਪਟੀ ਸੀਐਮ ਨਾਲ ਤੇ ਸੁਮੇਧ ਸਿੰਘ ਸੈਣੀ ਨਾਲ ਕਿਉਂ ਰਚੀ ਗਈ। ਇਹਨਾਂ ਕੋਲ ਐਵੀਡੈਂਸ ਕੀ ਹੈ? ਮੈਂ ਤਾਂ ਹੈਰਾਨ ਹਾਂ ਇਸ ਆਫੀਸਰ ਦੀ ਕਾਬਲੀਅਤ ਤੇ ਕਿ ਜਿਹਦੀ ਸਰਕਾਰ ਚੰਗੀ ਭਲੀ ਚੱਲ ਰਹੀ ਹੋਵੇ, ਤੀਸਰੀ ਟਰਮ ਲਈ ਉਹ ਇੱਛਕ ਹੋਣ ਤੇ ਉਹ ਆਪਣੇ ਆਪ ਆਪਣੇ ਹੱਥੀਂ ਅੱਗ ਲਾਉਣਗੇ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕਾਮਨ ਸੈਂਸ ਵੀ ਸ਼ਾਇਦ ਉੱਥੇ ਲੈਕ ਕਰਦੀ ਹੈ ਜਦ ਉਹ ਇਹੋ ਜਿਹੀ ਗੱਲ ਕਰਦੇ ਨੇ। ਇਹ ਤਾਂ ਮੈਂ ਹਾਸੋਹੀਣੀਆਂ ਗੱਲਾਂ ਕਰ ਰਹੇ ਨੇ ਤੇ ਇਹਨਾਂ ਨੇ ਇੰਨਾ ਕੁ ਇਸ ਜਿਹੜੀ ਇਨਵੈਸਟੀਗੇਸ਼ਨ ਨੂੰ ਥੱਲੇ ਗਿਰਾਵਟ 'ਚ ਲੈ ਆਂਦਾ ਕਿ ਸ਼ਾਇਦ ਇੱਕ ਅਨਕੁਆਲੀਫਾਈਡ ਬੰਦਾ ਵੀ ਜੇ ਕੋਈ ਤਬਦੀਸ਼ ਕਰਦਾ ਤੇ ਇਸ ਗੱਲ ਤੱਕ ਨਾ ਆਉਂਦਾ ਜਿੱਥੇ ਤੱਕ ਇਹ ਇੱਕ IPS ਕੈਡਰ ਦਾ ਆਫੀਸਰ ਗਿਆ। ਨਹੀਂ, ਹਾਸੋਹੀਣੀ ਕਿਵੇਂ ਹੋਗੀ? ਉਹ ਏਡੀ ਸੀਰੀਅਸ ਗੱਲ ਕਰ ਰਹੇ ਹੈ ਕਿ ਡੇਰਾ ਸੱਚਾ ਸੌਦਾ ਦੇ ਨਾਲ ਮਿਲ ਕੇ ਇਹਨਾਂ ਨੇ ਪਲੈਨਿੰਗ ਰਚੀ ਸੀ। ਇਸ਼ਾਰਾ ਇਹ ਹੋ ਰਿਹਾ ਹੈ ਕਿ ਵੋਟਾਂ ਲੈਣ ਲਈ ਡੇਰਾ ਪ੍ਰੇਮੀਆਂ ਦੀਆਂ ਆਹ ਸਾਜ਼ਿਸ਼ ਰਚੀ ਗਈ। ਸੋ ਇਹਨੂੰ ਹਾਸੋਹੀਣੀ ਕਿਵੇਂ ਕਵਾਂਗੇ ਆਪਾਂ? ਭਾਈ ਸਾਹਿਬ ਦੇਖੋ, ਸਾਜ਼ਿਸ਼ ਕਦੋਂ ਕੀਤੀ? ਸਾਜ਼ਿਸ਼ ਕੀਤੀ ਜਾਂਦੀ ਹੈ ਇਹ ਹੈ ਕਿ ਜੇ ਮੇਰੇ ਕੋਲ 5 ਦਿਨ 10 ਦਿਨ 15 ਦਿਨ 20 ਦਿਨ ਹੋਣ ਕਿਸੇ ਕੰਮ ਨੂੰ ਐਕਸੀਕਿਊਟ ਕਰਨ ਲਈ। ਇੱਕ ਹੁਣ ਆਪਾਂ ਇੱਥੇ ਬੈਠੇ ਹਾਂ, ਆਲ ਆਫ ਸਡਨ ਕੋਈ ਕਰਾਊਡ ਇਕੱਠਾ ਹੋ ਜਾਂਦਾ ਹੈ, ਪੁਲਿਸ ਉੱਥੇ ਐਕਸ਼ਨ ਲੈਂਦੀ ਹੈ ਤੇ ਉਹ ਸਾਜ਼ਿਸ਼ ਹੋ ਗਈ। ਸਾਜ਼ਿਸ਼ ਹਮੇਸ਼ਾ ਕੌਨਸਪੀਰੇਸੀ ਹੁੰਦੀ ਹੈ ਜਿਹੜੀ ਲੌਂਗ ਟਰਮ 'ਚ ਐਕਸ਼ਨ ਹੁੰਦਾ ਹੈਗਾ ਕਿ ਸਾਲ ਪਹਿਲਾਂ, 6 ਮਹੀਨੇ ਪਹਿਲਾਂ, 2 ਸਾਲ ਪਹਿਲਾਂ। ਮੈਨੂੰ ਤਾਂ ਇਸ ਗੱਲ ਦੀ ਵੀ ਹੈਰਾਨੀ ਆਉਂਦੀ ਹੈ ਇਹ IG ਸਾਹਿਬ ਦੀ ਕਾਬਲੀਅਤ ਹੈ ਕਿ ਇਹਨਾਂ ਨੇ ਕਦੇ ਉਹ ਨਹੀਂ ਦੇਖਿਆ ਕਿ ਜਾਂ ਡੇਰਾ ਪ੍ਰੇਮੀਆਂ ਨੇ ਸਰ ਸੁਖਬੀਰ ਸਿੰਘ ਬਾਦਲ ਦੀਆਂ ਬੱਸਾਂ ਵੀ ਸਾੜੀਆਂ ਬਠਿੰਡੇ ਵਿੱਚ, ਰੈਂਪੇਜ ਵੀ ਕੀਤਾ, ਉਹਨਾਂ ਦੇ ਪਰਚੇ ਵੀ ਹੋਏ। ਫਿਰ ਉਹਨਾਂ ਨੇ ਐਜ਼ ਏ ਗੁੱਡਵਿਲ ਜੈਸਚਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚਲੋ ਸਾਡਾ ਨੁਕਸਾਨ ਹੋ ਗਿਆ, ਅਸੀਂ ਕਿਸੇ ਦੇ ਕੇਸ ਨਹੀਂ ਕਰਨਾ ਚਾਹੁੰਦੇ। ਮੈਂ ਤਾਂ ਤੁਹਾਨੂੰ ਇਹਨਾਂ ਦੀ ਸਮਝ ਨਹੀਂ ਮੈਨੂੰ ਇਹ ਗੱਲ ਆ ਰਹੀ ਕਿ ਇਹੀ ਸਰਕਾਰ ਜਿਹੜੀ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਲਈ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨੀਵਾਂ ਦਿਖਾ ਰਹੀ ਹੈ, ਉਹਨਾਂ ਨੂੰ ਘੱਟੋ ਘੱਟ ਇੰਨੀ ਕਾਮਨ ਸੈਂਸ ਤੋਂ ਕੰਮ ਲੈਣਾ ਚਾਹੀਦਾ ਜਿਹੜੀ ਲੋਕਾਂ ਵਿੱਚ ਪਲੌਜ਼ੀਬਲ ਗੱਲ ਹੋਵੇ, ਜਿਹਨੂੰ ਲੋਕ ਐਕਸੈਪਟ ਕਰਨ ਨੂੰ ਤਿਆਰ ਹੋਣ। ਘੱਟੋ ਘੱਟ ਉਹ ਥਿਊਰੀ ਦਾ ਪੁੱਟ ਕਰੋ। ਜਿਹੜੀ ਤੁਸੀਂ ਥਿਊਰੀ ਪੁੱਟ ਕਰ ਰਹੇ ਹੋ ਉਹਨੂੰ ਕੌਣ ਬਾਏ ਕਰੂਗਾ? ਫਿਰ ਤੁਹਾਨੂੰ ਸੂਟ ਕਰਦਾ ਹੈ ਇਹਨਾਂ ਦੀ ਥਿਊਰੀ? ਅਗਰ ਕੋਈ ਐਕਸੈਪਟ ਨਹੀਂ ਕਰੇਗਾ ਤਾਂ ਤੁਹਾਨੂੰ ਸੂਟ ਕਰਦਾ ਹੈ? ਨਹੀਂ, ਦੇਖੋ ਮੈਂ ਇੱਥੇ ਇੱਕ ਗੱਲ ਤੁਹਾਨੂੰ ਬੜੀ ਕਹਿਣੀ ਚਾਹੁੰਦਾ ਹੈਗਾ। ਹਰ ਪੰਜਾਬੀ ਦਾ, ਹਰ ਧਾਰਮਿਕ ਬੰਦੇ ਦਾ ਦਰਦ ਹੈ ਕਿ ਬੇਅਦਬੀ ਦੇ ਕੇਸ ਲੁਕਾਏ ਜਾਣ। ਮੈਂ ਇੱਥੇ ਤੁਹਾਡੇ ਧਿਆਨ 'ਚ ਇੱਕ ਗੱਲ ਜ਼ਰੂਰ ਲਿਆਉਣੀ ਚਾਹੁੰਦਾ। 3 ਬੇਅਦਬੀ ਦੇ ਕੇਸ CBI ਕੋਲ ਗਏ ਹੋਏ ਨੇ, ਉਹ ਵਾਪਸ ਨਹੀਂ ਆਏ, ਉਹ ਇਨਵੈਸਟੀਗੇਸ਼ਨ CBI ਕਰ ਰਹੀ ਹੈ। 2 ਬੇਅਦਬੀ ਦੇ ਕੇਸ RS ਖੱਟੜਾ ਦੀ ਸਿੱਟ ਇਨਵੈਸਟੀਗੇਟ ਕਰ ਰਹੀ ਹੈ, ਉਹਨਾਂ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਉਹ ਬੇਅਦਬੀ ਦੇ ਕੇਸਾਂ ਵਿੱਚ ਕਿਤੇ ਓਬਲੀਕ ਰੈਫਰੈਂਸ ਵੀ ਨਹੀਂ, ਨਾ ਸ਼੍ਰੋਮਣੀ ਅਕਾਲੀ ਦਲ ਦਾ, ਨਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ। ਇਹ ਜਿਹੜੇ ਕੇਸ ਆ 2 ਇਸ ਸਿੱਟ ਕੋਲ, ਉਹ ਸਿਰਫ ਤੇ ਸਿਰਫ ਕੋਟਕਪੂਰਾ ਤੇ ਬਹਿਬਲ ਕਲਾਂ ਦੀ ਫਾਇਰਿੰਗ ਦੇ ਨੇ, ਜਿਹਦੇ 'ਚ ਬੇਅਦਬੀ ਦੇ ਆਫਸ਼ੂਟ ਵਿੱਚ ਕੱਠ ਤੇ ਚੱਲੀ ਗੋਲੀ ਹੈ। ਉਹਦੇ 'ਚ ਬੇਅਦਬੀ ਇਸ਼ੂ ਨਹੀਂ। ਜਿਹੜੀ ਤੁਸੀਂ ਉਹਦੀ ਇਨਵੈਸਟੀਗੇਸ਼ਨ ਦੇਖ ਰਹੇ ਹੋ ਨਾ, ਜਿੱਧਰ ਉਹ ਲਿਆਣੀ ਚਾਹੁੰਦਾ ਹੈਗਾ, ਉਹ ਤਾਂ ਉਹਦਾ ਕੇਸ ਹੀ ਨਹੀਂ ਗਾ, ਉਹ ਤਾਂ FIR 'ਚ ਕੰਪਲੇਂਟ ਵੀ ਨਹੀਂ ਗਈ। ਮੈਨੂੰ ਨਹੀਂ ਸਮਝ ਆਈ ਕਿ ਇਹ IG ਸਾਹਿਬ ਕੀ ਕਰਨਾ ਚਾਹੁੰਦੇ, ਬਿਲਡ ਕੀ ਕਰਨਾ ਚਾਹੁੰਦੇ। ਜਿਹੜੀ ਦਫਾ ਹੇਠ ਉਹਨਾਂ ਨੇ ਕੱਲ ਚਲਾਨ ਪੇਸ਼ ਕੀਤਾ ਕਿ ਉਹਦੇ 'ਚ ਇਹ ਵਿੱਚ ਉਹਦੇ ਪ੍ਰਵਿਊ 'ਚ ਉਹਨਾਂ ਦੇ ਇਨਵੈਸਟੀਗੇਸ਼ਨ 'ਚ ਫਾਲ ਕਰਦਾ, ਉਹਦਾ ਜਵਾਬ ਨਹੀਂ। ਮੈਂ ਦੂਸਰੀ ਗੱਲ ਇੱਕ ਤੁਹਾਨੂੰ ਹੋਰ ਬੜੀ ਕਹਿਣੀ ਚਾਹੁੰਦਾ ਹੈਗਾ, ਇਹ ਕਾਂਗਰਸ ਸਪਾਂਸਰਡ ਸਿੱਟ ਹੈ। ਕਾਂਗਰਸ ਨੇ ਸਿੱਖ
ਪੋਲਿਟਿਕਸ ਨੂੰ ਡੈਮੇਜ ਕਰਨ ਲਈ ਹਮੇਸ਼ਾ ਅਕਾਲੀ ਲੀਡਰਸ਼ਿਪ ਤੇ ਹਮਲੇ ਕੀਤੇ। ਕਿਸੇ ਮੌਕੇ ਸਾਨੂੰ ਅੱਤਵਾਦੀ ਵੀ ਕਿਹਾ, ਕਿਤੇ ਮੌਕੇ ਸਾਨੂੰ ਵੱਖਵਾਦੀ ਵੀ ਕਿਹਾ। ਇੱਕ ਸਮੇਂ ਬਾਦਲ ਸਾਹਿਬ ਤੇ ਕਰਪਸ਼ਨ ਦੇ ਚਾਰਜਸ ਲਾ ਕੇ ਵੀ ਸਾਨੂੰ ਇਮੇਜ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਸਾਰੇ ਦਾ ਮੁੱਕ ਗਏ, ਹੁਣ ਉਹਨਾਂ ਨੇ ਆ ਘਟੀਆ ਹਥਿਆਰ ਵਰਤ ਕੇ ਪੰਜਾਬ ਦੇ ਮਾਹੌਲ ਦੀ ਪਰਵਾਹ ਨਾ ਕਰਦਿਆਂ ਹੋਇਆਂ, ਅਸਲੀਅਤ ਨੂੰ ਲੋਕਾਂ ਦੇ ਸਾਹਮਣੇ ਨਾ ਲਿਆਉਣ ਦਿਆਂ ਹੋਇਆਂ ਇੱਕ ਰਚਨਾ ਰਚੀ। ਹੁਣ ਤੁਸੀਂ ਮੇਰੇ ਨਾਲ ਇੱਕ ਗੱਲ 'ਚ ਮੇਰੇ ਨਾਲ ਤੁਸੀਂ ਬਿਲਕੁਲ ਸਹਿਮਤ ਹੋਵੋਗੇ, ਫਾਇਰਿੰਗ ਦਾ ਕੇਸ ਹੈ ਨਾ ਜੀ। ਫਾਇਰਿੰਗ 'ਚ ਮੈਂ ਕਰਾਈ, ਤੁਸੀਂ ਕਰਾਈ ਜਾਂ ਕਿਸੇ ਨੇ ਹੋਰ ਕਰਾਈ, ਪਰ ਫਾਇਰਿੰਗ ਤਾਂ ਕਿਸੇ ਨੇ ਹੋਰ ਕੀਤੀ ਨਾ। ਜਿਨ੍ਹਾਂ ਦੇ ਨਾਂ ਲੈਂਦੇ ਉਹਨਾਂ ਨੇ ਤਾਂ ਨਹੀਂ ਕੀਤੀ, ਨਾ ਡੀਜੀਪੀ ਨੇ ਕੀਤੀ, ਨਾ ਚੀਫ ਮਿਨਿਸਟਰ ਨੇ ਕੀਤੀ, ਨਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਕੀਤੀ ਆ। ਕਹਿੰਦੇ ਉਹਨਾਂ ਦੇ ਡਾਇਰੈਕਸ਼ਨਸ ਤੇ ਹਾਂ, ਉਹ ਦੱਸਣ ਕਿ ਕਿਹਦੀ ਗੋਲੀ ਨਾਲ ਵਰੇ। ਅੱਜ ਤੱਕ ਕੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਬੰਦੇ ਆਇਡੈਂਟੀਫਾਈ ਕੀਤੇ ਕਿ ਜਿਨ੍ਹਾਂ ਦੀ ਗੋਲੀ ਨਾਲ ਉਹ ਬੰਦਿਆਂ ਦੋਵਾਂ ਦੀ ਡੈਥ ਹੋਈ? ਹੂ ਇਜ਼ ਦੀ ਗਿਲਟੀ, ਹੂ ਇਜ਼ ਦੀ ਮਰਡਰਰ? ਆਨਸਰ ਕਿ ਉਧਰ ਨੂੰ ਤਾਂ ਤੁਰਦਾ ਹੀ ਨਹੀਂ, ਕਿਉਂਕਿ ਉਹਨਾਂ ਦਾ ਕੰਮ ਮੁਲਜ਼ਮ ਲੱਭਣਾ ਨਹੀਂ ਗਾ। ਉਹ ਕਾਂਗਰਸ ਏਜੰਡਾ ਲੈ ਕੇ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਨੀਵਾਂ ਦਿਖਾਉਂਦੇ ਆ। ਕ੍ਰਿਮੀਨਲ ਕੇਸ ਵਿੱਚ ਇਨਵੈਸਟੀਗੇਸ਼ਨ ਕਿੱਥੋਂ ਚੱਲਦੀ ਹੁੰਦੀ ਆ? ਮੇਰਾ ਵੀ 44-45 ਸਾਲ ਦਾ ਐਜ਼ ਅ ਲਾਇਰ ਐਕਸਪੀਰੀਅੰਸ ਹੈ। ਸਭ ਤੋਂ ਪਹਿਲਾਂ ਫੋਰੈਂਸਿਕ ਰਿਪੋਰਟ ਲੈ ਕੇ ਕਿ ਗੋਲੀ ਕਿੱਥੋਂ ਵੱਜੀ, ਫਿਰ ਕਿਹੜੇ ਹਥਿਆਰ ਤੋਂ ਵੱਜੀ, ਫਿਰ ਗੋਲੀ ਦੀ ਇੰਜਰੀ ਤੋਂ ਡਿਸਟੈਂਸ ਕਿੰਨਾ ਹੈਗਾ, ਕਿੰਨੇ ਟਾਈਮ ਬਾਅਦ ਉੱਥੇ ਹੋਈ। ਉਹ ਸਭ ਤਾਂ ਗਰੇਵਾਲ ਸਾਹਿਬ ਉਹਨਾਂ ਨੇ ਲਈਆਂ ਚੀਜ਼ਾਂ। ਉਹ ਕਹਿੰਦੇ ਪੁਲਿਸ ਨੇ ਆਪ ਜਿਹੜਾ ਹੈ ਆਪਣੇ ਜੋ ਗੱਡੀਆਂ ਸੀਗੀਆਂ ਉੱਥੇ ਉਹਨਾਂ ਤੇ ਆਪ ਗੋਲੀਆਂ ਚਲਾਈਆਂ। ਮੈਂ 2000 ਸਫੇ ਦੀ ਚਾਰ ਸ਼ੀਟ ਤੇ ਮੋਟੀ ਜੀ ਨਿਗਾਹ ਮਾਰੀ ਹੈ। ਮੈਨੂੰ ਦੱਸਣ ਕਿਹੜੇ ਬੰਦੇ ਨੂੰ ਐਟਰੀਬਿਊਟ ਕਰਦੇ ਆ ਕਿ ਜਿਹਦੀ ਗੋਲੀ ਨਾਲ ਇਹ ਬੰਦੇ ਮਰੇ ਨੇ। ਦੱਸਣ ਜਿਹੜੇ ਇਹਨਾਂ ਨੇ 4-5 ਬੰਦਿਆਂ ਦੇ ਪੁਲਿਸ ਵਾਲਿਆਂ ਦੇ ਕੀਤਾ, ਦੱਸਣ ਉਹਦੇ ਚੋਂ ਕਿਹਦੀ ਗੋਲੀ ਹੈ। ਬਹਿਬਲ ਕਲਾਂ IG ਹਾਜ਼ਰ ਨਹੀਂ ਸੀਗਾ, ਜਿਹੜਾ ਪਰਮਰਾਜ ਹੈ, ਠੀਕ ਹੈ ਨਾ। ਜਿਹੜੇ ਦੂਸਰੇ ਦੇ ਚਰਨਜੀਤ ਸ਼ਰਮਾ ਸੀਗਾ, ਕਹਿੰਦੇ ਉਹ ਡਾਇਰੈਕਸ਼ਨਸ ਦੇ ਰਹੇ ਸੀ। ਬਹਿਬਲ ਕਲਾਂ ਦੇ ਕੋਟਕਪੂਰੇ ਦਾ 10 ਕਿਲੋਮੀਟਰ ਦਾ ਫਰਕ ਹੈ। ਉਹਦੀ ਪ੍ਰੈਜ਼ੈਂਸ ਨਹੀਂ, ਮੈਂ ਉਹਨੂੰ ਕਿਸੇ ਦਾ ਮੈਂ ਬਰੀਫ ਨਹੀਂ ਹੋਲਡ ਕਰ ਰਿਹਾ, ਨਾ ਮੈਂ ਉਹਨਾਂ ਨੂੰ ਡਿਫੈਂਡ ਕਰ ਰਿਹਾ। ਮੈਂ ਸਿਰਫ ਇਹਨਾਂ ਦੇ ਝੂਠ ਦਾ ਪੋਲ ਖੋਲ ਰਿਹਾ ਕਿ ਇਹ ਸਿਰਫ ਤੇ ਸਿਰਫ ਐਡੀ ਘਟੀਆ ਰਾਜਨੀਤੀ ਕਰ ਰਹੀ ਹੈ ਕਾਂਗਰਸ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਚੀਜ਼ਾਂ 'ਚੋਂ ਕਦੇ ਕੁਝ ਨਹੀਂ ਮਿਲਿਆ। ਇਹ ਜਦ ਵੀ ਅਕਾਲੀ ਦਲ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਰਹੇ, ਅਕਾਲੀ ਦਲ ਉਹਦੇ 'ਚੋਂ ਤਕੜਾ ਹੋ ਕੇ ਨਿਕਲਿਆ। ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਗੱਲ, ਜਦ 2002 ਦੀ ਗਵਰਨਮੈਂਟ 'ਚ ਇਹਨਾਂ ਨੇ ਆ ਕੇ ਬਾਲ ਸਾਹਿਬ ਤੇ ਕੀਤਾ ਕਰਪਸ਼ਨ ਦਾ ਕੇਸ, ਟੌੜਾ ਸਾਹਿਬ ਉਦੋਂ ਜੀਵਤ ਸੀ ਤੇ ਪਾਰਟੀ ਵਿੱਚ ਜਦ ਡਿਸਕਸ਼ਨ ਹੋਇਆ ਕਿ ਪਾਰਟੀ ਨੂੰ ਕੀ ਕਰਨਾ ਚਾਹੀਦਾ, ਤਾਂ ਟੌੜਾ ਸਾਹਿਬ ਨੇ ਬੜਾ ਕਲੀਅਰ ਸਟੈਂਡ ਲਿਆ ਸੀ। ਕਹਿੰਦੇ ਇਹ ਕਰਪਸ਼ਨ ਦਾ ਕੇਸ ਨਹੀਂ, ਇਹ ਅਕਾਲੀ ਦਲ ਨੂੰ ਮਾਰਨ ਲਈ ਕੋਸ਼ਿਸ਼ ਆ। ਅਕਾਲੀ ਦਲ ਦੇ ਪ੍ਰਧਾਨ ਤੇ ਹਮਲਾ ਕਰੋ, ਅਕਾਲੀ ਦਲ ਨੂੰ ਵੀ ਕਰੋ। ਇਹ ਉਹੀ ਕੋਸ਼ਿਸ਼ ਇਹਨਾਂ ਦੀ ਹੁਣ ਚੱਲ ਰਹੀ ਹੈ। ਪਰ ਇਸ ਤੁਹਾਨੂੰ ਲੱਗਦਾ ਨਹੀਂ ਕੈਪਟਨ ਦੇ ਪੋਲੀਟੀਕਲ ਟ੍ਰੈਪਸ ਇਸ ਵਾਰੀ ਤੁਸੀਂ ਉਲਝ ਗਏ ਹੋ? ਜਿਹੜਾ ਉਹਨੇ ਤਾਂ ਕਿਹਾ ਨਾ, ਕੰਵਰ ਵਿਜੇ ਪ੍ਰਤਾਪ ਸਿੰਘ ਨੇ ਆਗੇ ਹੋਤਾ ਹੈ ਕਿਹਾ। ਇਹ ਦੇਖਣਾ ਕਿ ਇਹ ਕਿਵੇਂ ਅੜਦੇ ਨੇ ਟ੍ਰੈਪਸ। ਹੁਣ ਕੱਲ ਦੀ ਇਹ ਗੱਲ ਤੁਹਾਨੂੰ ਦੱਸੀਏ ਕਿ ਚੀਫ ਮਿਨਿਸਟਰ ਸਾਹਿਬ ਦੀ ਵੀਡੀਓ ਵੀ ਹੈ, ਚੀਫ ਮਿਨਿਸਟਰ ਦਾ ਰਿਕਾਰਡ ਵੀ ਹੈ ਕਿ ਚੀਫ ਮਿਨਿਸਟਰ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਤੁਸੀਂ ਫੈਸਲਾ ਆਪਣਾ ਵਾਪਸ ਲਓ। ਫੈਸਲਾ ਲਾਗੂ ਕਰਤਾ ਨਾ ਜੀ। ਉਹਨਾਂ ਨੇ ਚਿੱਠੀ ਵੀ ਲਿਖੀ ਸੀ। ਚਿੱਠੀ ਵੀ ਲਿਖੀ ਨਾ, ਹੋ ਗਈ ਨਾ ਗੱਲ। ਸਿੱਟ ਦੀ ਮੀਟਿੰਗ ਇੱਕ 10 ਅਪ੍ਰੈਲ ਨੂੰ, 1 ਮਈ ਵਿੱਚ ਹੋਈ, ਜਿਹੜੀਆਂ ਦੋਨੋਂ ਅਟੈਂਡ ਕੀਤੀਆਂ ਇਹਨੇ ਕੰਵਰ ਵਿਜੇ ਪ੍ਰਤਾਪ ਨੇ। ਹੀ ਨੈਵਰ ਡਿਸਐਸੋਸੀਏਟਡ ਹਿਮਸੈਲਫ ਫਰੋਮ ਦਿਸ ਸਿੱਟ। ਪਹਿਲੀ ਗੱਲ, ਇਲੈਕਸ਼ਨ ਕਮਿਸ਼ਨ ਕੋਲੇ ਝੂਠ ਬੋਲੇ। ਦੂਸਰੀ ਗੱਲ ਜਿਹੜੀ ਸਭ ਤੋਂ ਇੰਟਰਸਟਿੰਗ ਹੈ, ਜਿਹਦਾ ਕਾਂਗਰਸ ਨੂੰ ਤੇ ਕਾਂਗਰਸ ਦੀ ਸਰਕਾਰ ਨੂੰ ਤੇ ਸਿੱਟ ਦੇ ਇਸ ਐਕਟਿਵ ਪ੍ਰੋਐਕਟਿਵ ਮੈਂਬਰ ਕੰਵਰ ਵਿਜੇ ਪ੍ਰਤਾਪ ਨੂੰ ਜਵਾਬ ਦੇਣਾ ਔਖਾ ਹੋ ਜੂ। ਦੂਸਰੇ 4 ਦੇ 4 ਮੈਂਬਰਾਂ ਨੇ ਡੀਜੀਪੀ ਨੂੰ ਇਨ ਰਾਈਟਿੰਗ ਦੇ ਦਿੱਤਾ ਹੈ ਕਿ ਦੇ ਦੈਮਸੈਲਫ ਡਿਸਐਸੋਸੀਏਟ ਫਰੋਮ ਦੀ ਡਿਸੀਜਨ ਆਫ ਕੰਵਰ ਵਿਜੇ ਪ੍ਰਤਾਪ। ਉਹ ਜੋ ਚਲਾਨ ਦੇ ਵਿੱਚ ਤੱਥ ਦਿੱਤੇ ਆ ਉਹਨਾਂ ਨਾਲ ਸਹਿਮਤ ਨਹੀਂ। ਇਹਦੀ ਕ੍ਰੈਡਿਟ ਔਰ ਇਹਦਾ ਡਿਸਕ੍ਰੈਡਿਟ ਸੋਲਲੀ ਕੰਵਰ ਵਿਜੇ ਪ੍ਰਤਾਪ ਨੂੰ ਜਾਊਗਾ। ਕਹਿੰਦੇ ਨਾ ਸਾਨੂੰ ਪੜ੍ਹਾਇਆ ਗਿਆ, ਨਾ ਸਾਨੂੰ ਦਿਖਾਇਆ ਗਿਆ, ਨਾ ਸਾਥੋਂ ਦਸਤਖਤ ਕਰਾਏ ਗਏ, ਨਾ ਸਾਡੀ ਨੌਲੇਜ ਆ ਕਿ ਇਹਨੇ ਕੁਝ ਲਿਖਿਆ। ਹੁਣ ਇਦੋਂ ਬਾਅਦ ਜੇ ਮੈਂ ਇਹ ਗੱਲ ਅੱਜ ਦੀ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਕਿ ਵੇਅਰ ਦੇ ਸਟੈਂਡ। ਸਿੱਟ ਦਾ ਮਤਲਬ ਕੀ ਹੁੰਦਾ? ਤੁਹਾਡੇ ਹਿਸਾਬ ਨਾਲ ਕੈਪਟਨ ਦੀ ਸਿੱਟ 2 ਹਿੱਸਿਆਂ 'ਚ ਵੰਡੀ ਹੋਈ ਹੈ। ਨਾ 2 ਨਹੀਂ, ਸਿੱਟ ਐਗਜ਼ਿਸਟ ਹੀ ਨਹੀਂ ਕਰਦੀ। ਜੇ ਤੁਸੀਂ ਮੈਨੂੰ ਪਰਮਿਟ ਕਰੋ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੇ ਟੈਲੀਫੋਨ 'ਚ ਉਹ ਰਿਪੋਰਟ। ਸਿੱਟ ਦਾ ਚੇਅਰਮੈਨ ਹੈ ADGP ਪ੍ਰਮੋਦ, ਠੀਕ। ਹੀ ਸੇਜ਼ ਕਿ ਮੈਂ ਕੌਨਫੀਡੈਂਸ ਨਹੀਂ ਲਿਆ ਗਿਆ ਚਲਾਨ ਦੇਣ ਤੋਂ ਪਹਿਲਾਂ। ਨਾ, ਚਲਾਨ ਦੇਣ ਤੋਂ ਪਹਿਲਾਂ ਨਹੀਂ। ਕਿ ਚਲਾਨ 'ਚ ਲਿਖਣਾ ਕੀ ਹੈ, ਚਲਾਨ ਦੇਣਾ ਕਦੋਂ ਹੈ? We were never, so is the other members. ਇੱਕ ADGP ਨੂੰ ਬਿਨਾ ਅਪਰੂਵ ਕਰਵਾਏ ਇੱਕ IG ਕਿਵੇਂ ਚਾਰਜ ਸ਼ੀਟ ਫਾਈਲ ਕਰ ਸਕਦਾ ਹੈ? ਮੈਂ ਤੁਸੀਂ ਇਹਦੀ ਕੰਟਰਾਡਿਕਸ਼ਨ ਲੈ ਲਓ ਗਵਰਨਮੈਂਟ ਤੋਂ। ਗੱਲ ਦੱਸੋ ਕਿ ਕੋਈ ਵੀ IPS ਆਫੀਸਰ IG ਲੈਵਲ ਦਾ ਆਫੀਸਰ ਹੋ ਕੇ ਸਾਬਕਾ ਡਿਪਟੀ CM, ਸਾਬਕਾ CM, ਸਾਬਕਾ DGP ਦੇ ਖਿਲਾਫ ਕੋਈ ਕੰਕੌਕਟਡ ਜਾਂ ਝੂਠੀ ਸਟੋਰੀ ਕਿਉਂ ਪੇਸ਼ ਕਰੇਗਾ ਕੋਰਟ 'ਚ? ਇਹ ਸਾਹਿਬ SSP ਫਿਰੋਜ਼ਪੁਰ ਸੀਗੇ ਕੰਵਰ ਵਿਜੇ ਪ੍ਰਤਾਪ।
ਫਿਰੋਜ਼ਪੁਰ ਦੇ ਡੀਆਈਜੀ ਸੀ ਹਰਦੀਪ ਸਿੰਘ ਰੰਧਾਵਾ। ਉਹ ਕਿਸੇ ਕੇਸ ਵਿੱਚ ਚੈੱਕ ਕਰਨ ਗਏ ਕਿ ਥਾਣੇ 'ਚ ਕੀ ਪੋਜੀਸ਼ਨ, ਉਹਨਾਂ ਕੋਲ ਕੋਈ ਸ਼ਿਕਾਇਤ ਆਈ। ਇਹਨਾਂ ਨੇ ਐਜ਼ ਐਸਐਸਪੀ ਫਿਰੋਜ਼ਪੁਰ ਐਸ ਡੀਆਈਜੀ ਆਪਣੇ ਤੇ ਕੇਸ ਰਜਿਸਟਰ ਕਰਾਇਆ ਰੰਧਾਵੇ ਤੇ, ਫਿਰ ਕੈਂਸਲ ਕੀਤਾ। ਕੀ ਇਹਨੂੰ ਮੰਨੋਗੇ ਤੁਸੀਂ ਕਿ ਇਹ ਇੱਕ ਸਿਆਣੇ ਅਫਸਰ ਦਾ ਕੰਮ ਹੈ? ਫਿਰ ਇੱਕ ਪੰਜਾਬ ਦੇ ਪੀਸੀਐਸ ਅਫਸਰ ਦਾ ਮੁੰਡੇ ਤੋਂ ਕਾਰ ਐਕਸੀਡੈਂਟ 'ਚ ਇੱਕ ਬੱਚਾ ਮਰਿਆ, ਉਹਦੇ 'ਚ ਇਹਨੇ ਮਰਡਰ ਦਾ ਕੇਸ ਰਜਿਸਟਰ ਕੀਤਾ ਉਹਦੇ ਵਿੱਚ ਉਸ ਵੇਲੇ ਦੇ ਡੀਜੀਪੀ ਨੇ 3 ਇਨਕੁਆਇਰੀਆਂ ਕੀਤੀਆਂ। 3 ਇਨਕੁਆਇਰੀਆਂ ਵਿੱਚ ਹੀ ਉਹਨਾਂ ਨੇ ਰਿਪੋਰਟ ਕੀਤੀ ਅਲਟੀਮੇਟਲੀ ਕਿ ਇਹ 302 ਨਹੀਂ, 304 ਨਹੀਂ, ਇਹ 304 ਏ ਹੈ। ਉਹ ਕੇਸ ਵਿੱਚ 304 ਏ ਦਾ ਅਲਟੀਮੇਟਲੀ ਚਲਾਨ ਪੇਸ਼ ਹੋਇਆ ਤੇ ਉਸ ਵੇਲੇ ਦੇ ਡੀਜੀਪੀ ਮਿਸਟਰ ਅਨਿਲ ਕੌਸ਼ਿਕ ਸੀ ਮੇਰਾ ਖਿਆਲ ਮੋਸਟ ਲਾਈਕਲੀ, ਉਹਨਾਂ ਨੇ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਕੀਤੀ ਹੈ ਫॉर ਡੂਇੰਗ ਆਲ ਦੈਟ ਰੋਂਗ ਰਿਪੋਰਟਿੰਗ। ਤੁਸੀਂ ਪੁਰਾਣੀਆਂ ਚੀਜ਼ਾਂ ਤਾਂ ਦੇਖੋ ਨਾ ਜੀ, ਕਿ ਤੁਸੀਂ ਜ਼ੁਰਤ, ਉਹ ਕਹਿੰਦੇ ਨਾ ਪੰਜਾਬੀ ਦੀ ਕਹਾਵਤ, ਚੱਕੀ ਹੋਈ ਨੰਬਰਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਉਹ ਇਸ ਵੇਲੇ ਹੀ ਇਜ਼ ਔਨ ਅਪੀਜ਼ਮੈਂਟ ਗੇਮ। ਮੈਂ ਇੱਕ ਗੱਲ ਗਰੰਟੀ ਕਰਦਾ ਕਿ ਜੇ ਜੁਡੀਸ਼ੀਅਲ ਸਕਰੂਟਨੀ 'ਚ ਕਿਤੇ ਸਟੈਂਡ ਕਰ ਜਾਵੇ, ਤੁਸੀਂ ਜੋ ਮਰਜ਼ੀ ਕਰ ਦੇਣਾ। ਤੁਸੀਂ ਐਵੀਡੈਂਸ ਐਕਟ ਹੈ, ਕੋਈ ਐਵੀਡੈਂਸ ਐਕਟ ਵਿੱਚ ਸਰਕਮਸਟੈਂਸਿਸ ਨੇ, ਡਾਇਰੈਕਟ ਐਵੀਡੈਂਸ ਹੈ। ਕ੍ਰਿਮੀਨਲ ਕੇਸ ਵਿੱਚ ਡਾਇਰੈਕਟ ਐਵੀਡੈਂਸ ਅਵੇਲੇਬਲ ਹੋਵੇ। ਹੁਣ ਮਨਤਾਰ ਸਿੰਘ ਬਰਾੜ ਮੁਲਜ਼ਮ ਬਣਾਤਾ ਹੈ, ਉਹਦਾ ਕੀ ਕਸੂਰ ਹੈ ਕਿ ਹਲਕਾ ਐਮਐਲਏ ਕਰਕੇ ਉਹਨੇ ਡੀਜੀਪੀ ਨਾਲ ਵੀ ਗੱਲ ਕੀਤੀ, ਉਹਨੇ ਸੀਐਮ ਨਾਲ ਗੱਲ ਕੀਤੀ, ਅੰਦਰ ਦੇ ਦਿਓ, ਮੁਲਜ਼ਮ ਦੇ ਦਿਓ। ਕਿ ਜੇ ਗੱਲ ਕੀਤੀ ਹੋ ਤਾਂ ਗੋਲੀ ਚਲਾਉਣ ਦੀ ਗੱਲ ਕੀਤੀ ਹੋ, ਜਦ ਕਿ ਉਹ ਬੰਦਾ ਕਹਿ ਰਿਹਾ ਕਿ ਮਹਾਰਾਜ ਜੀ ਮੇਰੇ ਤਾਂ ਹਲਕੇ 'ਚ ਅੱਗ ਲੱਗ ਰਹੀ ਸੀ, ਮੈਂ ਤੁਹਾਨੂੰ ਪੀਸ ਦੀ ਗੱਲ ਕਰ ਰਿਹਾ ਸੀ। ਇੱਕ ਸਿੱਟ ਵਾਲੇ ਵੀ ਤੇ ਪੰਜਾਬ ਦੀ ਸਰਕਾਰ ਇੱਕ ਗੱਲ ਦਾ ਜਵਾਬ ਦੇ ਦੇ ਕਿ ਮੌੜ ਮੰਡੀ ਵਿੱਚ ਜਿਹੜਾ ਬਲਾਸਟ ਹੋਇਆ ਇਲੈਕਸ਼ਨ ਦੇ ਦੌਰਾਨ, ਉਹਦੇ 'ਚ ਮੁਲਜ਼ਮ ਕਿਉਂ ਨਹੀਂ ਫੜੇ ਜਾਂਦੇ? ਸਾਨੂੰ ਕਹਿੰਦੇ ਆ ਨਾ ਤੁਸੀਂ 1.5 ਸਾਲ 'ਚ ਨਹੀਂ ਫੜਿਆ, ਇਹ 2.5 ਸਾਲ 'ਚ ਦੱਸਣ ਮੌੜ ਵਾਲਿਆ ਕਿਉਂ ਕੀਤਾ। ਅਨਬਲੀਵੇਬਲ ਇਨਐਡਮਿਸਿਬਲ ਐਵੀਡੈਂਸ ਨੂੰ ਆਪਣੀ ਚਾਰਜਸ਼ੀਟ ਦਾ ਹਿੱਸਾ ਬਣਾਉਂਦੇ। ਆਹੀ ਜਿਹੜੇ ਬੰਦਿਆਂ ਦੇ ਅਗੇਂਸਟ ਚਲਾਨ ਕੀਤਾ, ਇਹਨਾਂ ਦੀ ਵੀ ਡੇ ਟੂ ਡੇ ਹੀਅਰਿੰਗ ਹੋਵੇ। ਜੇ ਸਟ੍ਰਿਕਚਰ ਨਾ ਪਾਸ ਹੋਣ ਇਸ ਆਫੀਸਰ ਦੇ ਅਗੇਂਸਟ ਕਿ ਇਦੋਂ ਇਨਕੈਪੇਬਲ ਆਫੀਸਰ ਕੋਈ ਨਹੀਂਗਾ ਖਾਕੀ ਯੂਨੀਫਾਰਮ 'ਚ, ਤਾਂ ਮੈਨੂੰ ਫੜ ਲੈਣਾ। ਕੈਪਟਨ ਸਾਹਿਬ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਐਸਆਈਟੀ ਬਣਾਈ ਸੀ। ਕੈਪਟਨ ਸਾਹਿਬ ਨੇ ਲੋਕਾਂ ਨਾਲ ਕਮਿਟ ਕੀਤਾ ਹੈ ਕਿ ਇਨਸਾਫ ਮਿਲੇਗਾ। ਐਸਆਈਟੀ ਤਾਂ ਟੁੱਟ ਗਈ ਨਾ ਜੀ। ਮੇਰਾ ਸਵਾਲ ਇਹ ਹੈ ਕਿ ਕੈਪਟਨ ਸਾਹਿਬ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਚਾਰਜਸ਼ੀਟ 'ਚ ਕਿਉਂ ਆਉਣ ਦੇਣਗੇ ਜਿਹੜੀ ਕੋਰਟ 'ਚ ਜਾ ਕੇ ਮਜ਼ਾਕ ਬਣ ਜਾਏ? ਤੁਸੀਂ ਦੇਖਣਾ ਜੀ, ਇਹ ਅੱਜ ਤਾਂ ਤੁਸੀਂ ਕਹੋਗੇ ਇਟਸ ਪ੍ਰੀ ਮੈਚਿਓਰ, ਇਟ ਇਜ਼ ਪ੍ਰੀ ਮੈਚਿਓਰ। ਮੈਂ ਹੁਣ ਇੱਕੋ ਗੱਲ ਪੁੱਛਦਾ, ਇੱਕ ਕਿਸਾਨ ਨੇ ਅਜਨਾਲੇ ਸੁਸਾਈਡ ਕਮਿਟ ਕੀਤਾ, ਉਹਨੇ ਸੁਸਾਈਡ ਨੋਟ 'ਚ ਲਿਖਤਾ ਕਿ ਮੈਨੂੰ ਚੀਫ ਮਿਨਿਸਟਰ ਦੇ ਭਰੋਸੇ ਤੇ ਇਤਬਾਰ ਸੀ ਕਿ ਮੇਰਾ ਕਰਜ਼ਾ ਮਾਫ ਨਹੀਂ ਹੋਇਆ, ਮੈਂ ਸੁਸਾਈਡ ਕਮਿਟ ਕਰਦਾ। ਸੀਐਮ ਤੇ ਪਰਚਾ ਰਜਿਸਟਰ ਹੋ ਗਿਆ। ਤੁਸੀਂ ਕਰਕੇ ਦੇਖ ਲਓ, ਤੁਹਾਡੇ ਉਲਟ ਲਿਖ ਕੇ ਦਿਓ, ਤੁਹਾਡੇ ਪਰਚਾ ਉਲਟ ਹੋ ਗਿਆ ਪਰਚਾ। ਟੀਚਰ ਨੇ ਸੁਸਾਈਡ ਕਿਟ ਕਰ ਲਿਆ ਸਮਾਣੇ ਕਿ ਸਰਕਾਰ ਨੇ ਤਨਖਾਹ ਘਟਾਈ, ਚੀਫ ਮਿਨਿਸਟਰ ਤੇ ਐਜੂਕੇਸ਼ਨ ਮਿਨਿਸਟਰ ਤੇ ਪਰਚਾ ਹੋ ਜਾਊਗਾ। ਤੁਹਾਡੇ ਹਿਸਾਬ ਨਾਲ ਇੱਕ ਗਲਤ ਪ੍ਰੈਸੀਡੈਂਟ ਸੈੱਟ ਹੋ ਰਿਹਾ? ਨਹੀਂ, ਗਲਤ ਪ੍ਰੈਸੀਡੈਂਟ ਨਹੀਂ, ਦਿਸ ਇਜ਼ ਟੋਟਲੀ ਰੋਂਗ ਗੇਮ। ਰਾਜੀਵ ਗਾਂਧੀ ਨੇ ਦਿੱਲੀ ਬੈਠੇ ਨੇ 7000 ਸਿੱਖ ਬੰਦੇ ਮਰਵਾਤੇ, ਹੀ ਵਾਸ ਦੈਨ ਕਲਪ੍ਰਿਟ। ਉਹ ਤਾਂ ਐਕਚੁਅਲੀ ਕਨਾਈਵਿੰਗ ਪਾਰਟੀ ਸੀ, ਅਕਿਊਜ਼ ਸੀ। ਕਈ ਕਾਂਗਰਸੀ ਭੁਗਤ ਵੀ ਰਹੇ ਕੇਸ। ਨਹੀਂ, ਉਹ ਤਾਂ ਕਾਂਗਰਸ, ਉਹ ਤਾਂ ਜੀ ਉਹ ਤਾਂ ਬਗਾਨੇ ਦੇ ਸਿਰ ਤੇ ਸੁੱਟਦੀ ਨਾ, ਆਪਣਾ ਭਾਰ ਲਾ ਕੇ। ਹੁਣ ਮੈਨੂੰ ਇੱਕ ਗੱਲ ਦੱਸੋ, ਮੌਤ ਕਿਸੇ ਦੀ ਵੀ ਮਾੜੀ ਹੈ। ਚਲੋ ਤੁਸੀਂ ਕਹਿ ਲਓਗੇ ਕਿ ਜਿੱਥੇ ਮੁਕਾਬਲਾ ਹੋ ਕੇ ਮਰੇ, ਟੈਰਰਿਸਟ ਮਰੇ, ਉੱਥੇ ਠੀਕ ਹੈ। ਪਰ ਜਦ 1984 ਵਿੱਚ 7000 ਸਿੰਘ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੇ ਸਤਿਕਾਰ ਭੇਟ ਕਰਨ ਗਏ, ਪਰਿਕਰਮਾ ਸ਼ਹੀਦ ਹੋਏ, ਉਹਨਾਂ ਨੂੰ 1 ਕਰੋੜ ਕਿਉਂ ਨਹੀਂ ਦੇ ਰਹੀ ਪੰਜਾਬ ਸਰਕਾਰ? ਕਿਉਂ ਡਿਫਰੈਂਸ਼ੀਏਟ ਕਰ ਰਹੀ ਹੈ? ਪੰਜਾਬ ਸਰਕਾਰ ਕੋਲ ਪੈਸੇ ਹੀ ਹੈ ਨਹੀਂ। ਨਹੀਂ, ਫਿਰ ਕਿਉਂ ਨਾ ਹੁਣ ਦੇ, ਕਿਉਂ ਨਾ ਦੇਣ? ਉਹਨਾਂ ਦਾ ਕਸੂਰ ਕੀ ਆ? ਉਹਨਾਂ ਚੋਂ ਕਿਸੇ ਕੋਲ ਹਥਿਆਰ ਸੀ, ਜਿਹਦੇ ਕੋਲ ਹਥਿਆਰ ਸੀ ਉਹਨੂੰ ਨਾ ਦੇਣ। ਹੋ ਸਕਦਾ ਉਹਨੇ ਮੁਕਾਬਲਾ ਕੀਤਾ ਹੋਵੇ, ਪਰ ਜਿਹੜੇ ਨਿਹੱਥੇ 7000 ਮਰੇ ਆ ਉਹਨਾਂ ਨੂੰ ਤਾਂ ਸਰਕਾਰ ਦੇਵੇ। ਅਸੀਂ ਆਪਣੇ ਮੁੱਦੇ ਤੇ ਦੁਬਾਰਾ ਆ ਜਾਂਦੇ ਇੱਕ ਵਾਰੀ, ਕਿਉਂਕਿ ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ ਹੈ। ਗਰੇਵਾਲ ਸਾਹਿਬ, ਤੁਸੀਂ ਜਦੋਂ ਮੇਰੀ ਗੱਲ ਦੀ ਸ਼ੁਰੂਆਤ ਹੋਈ, ਤੁਸੀਂ ਕਿਹਾ ਕਿ ਸਾਜ਼ਿਸ਼ 6 ਮਹੀਨੇ ਸਾਲ ਪਹਿਲਾਂ ਹੁੰਦੀ ਹੈ। ਐਸਆਈਟੀ ਨੇ ਇੱਕ ਚੀਜ਼ ਹੋਰ ਚਾਰਜਸ਼ੀਟ 'ਚ ਜ਼ਿਕਰ ਕੀਤੀ ਹੈ ਕਿ 2012 'ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸੀ, ਉਸ ਤੋਂ 5 ਦਿਨ ਪਹਿਲਾਂ ਜਿਹੜਾ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੇਸ ਦਰਜ ਸੀਗਾ ਬਠਿੰਡੇ 'ਚ, ਉਹ ਤੁਹਾਡੀ ਸਰਕਾਰ ਨੇ ਉਹ ਕੇਸ ਕੈਂਸਲ ਕੀਤਾ। ਤੇ ਇਹ ਤਾਂ ਅਗਰ ਸਾਜ਼ਿਸ਼ ਨਾਲ ਜੋੜਿਆ ਜਾਏ ਤਾਂ ਇਹ ਗੱਲ ਇਹੋ ਹੀ ਜੋੜ ਰਹੇ ਕਿ ਇਹ ਤਾਂ 2012 ਤੋਂ ਹੀ ਲੱਗੇ ਹੋਏ ਸੀ ਗੁਰਮੀਤ ਰਾਮ ਰਹੀਮ ਨੂੰ ਰਿਲੀਫ ਦੇਣ ਲਈ। ਮੰਨ ਲਈ ਗੱਲ, ਬਿਲਕੁਲ ਮੰਨ ਲਈ। ਮੈਨੂੰ ਹੁਣ ਇਹ ਸਿੱਟ ਵਾਲੇ ਵੀ ਤੇ ਪੰਜਾਬ ਦੀ ਸਰਕਾਰ ਇੱਕ ਗੱਲ ਦਾ ਜਵਾਬ ਦੇ ਦੇ ਕਿ ਮੌੜ ਮੰਡੀ ਵਿੱਚ ਜਿਹੜਾ ਬਲਾਸਟ ਹੋਇਆ ਇਲੈਕਸ਼ਨ ਦੇ ਦੌਰਾਨ, ਉਹਦੇ 'ਚ ਮੁਲਜ਼ਮ ਕਿਉਂ ਨਹੀਂ ਫੜੇ ਜਾਂਦੇ? ਦੱਸਣ ਨਾ। ਉੱਥੇ ਗੁਰਮੀਤ ਰਾਮ ਰਹੀਮ ਦਾ ਕੋੜਮ
ਜੱਸੀ ਸਾਹਿਬ ਇਲੈਕਸ਼ਨ ਲੜ ਰਹੇ ਨੇ, ਉੱਥੇ ਖੱਟੜਾ ਸਾਹਿਬ ਦੀ ਸਿੱਟ ਬਣੀ ਹੈ। ਸਰਕਾਰ ਇਨਕੰਪੀਟੈਂਟ ਹੈ, ਨਲਾਇਕ ਹੈ, ਕਿਉਂ ਨਹੀਂ ਮੁਲਜ਼ਮ ਨਾਮਜ਼ਦ ਕਰਦੀ? ਸਾਨੂੰ ਕਹਿੰਦੇ ਆ ਨਾ ਤੁਸੀਂ 1.5 ਸਾਲ 'ਚ ਨਹੀਂ ਫੜਿਆ, ਇਹ 2.5 ਸਾਲ 'ਚ ਦੱਸਣ ਮੋੜ ਵਾਲਿਆ ਕਿਉਂ ਕੀਤਾ? ਕਿਉਂਕਿ ਉੱਥੇ ਤੁਸੀਂ ਪੜ੍ਹੀ ਹੋਣੀ ਆ, ਪ੍ਰਿੰਟ ਮੀਡੀਆ 'ਚ ਨਿਊਜ਼ ਵੀ ਆਈ, ਪੜ੍ਹੀ ਨਾ, ਕਿ ਉਹ ਜਿਹੜੀ ਕਾਰ ਪੇਂਟ ਹੋਈ, ਜਿਹੜੀ ਕਾਰ ਬਲਾਸਟ ਫਸੀ, ਉਹ ਡੇਰੇ 'ਚ ਹੋਈ, ਫਿਰ ਕਿਉਂ ਨਹੀਂ ਉੱਧਰ ਨੂੰ ਤੁਰਦੇ? ਸੀਨੀਅਰ ਮੀਤ ਪ੍ਰਧਾਨ ਇਹਨਾਂ ਦੀ ਪਾਰਟੀ ਦਾ ਗੁਰਮੀਤ ਰਾਮ ਰਹੀਮ ਦਾ ਕੁੜਮ ਇਹਨਾਂ ਦਾ ਤੇ ਮਿੱਤਰ ਅਸੀਂ, ਕੀ ਐਕਸ਼ਨ ਲਿਆ ਜੀ ਉਹਦੇ ਤੇ ਇਹਨਾਂ ਨੇ? ਜੇ ਗੁਰਮੀਤ ਰਾਮ ਰਹੀਮ ਅਨਟੱਚੇਬਲ ਹੈ, ਇਹਨਾਂ ਨੇ ਕੀ ਐਕਸ਼ਨ ਲਿਆ ਉਹਦੇ ਕੁੜਮ ਨੂੰ ਉੱਥੋਂ ਟਿਕਟ ਦੇ ਕੇ ਮੋੜ ਤੋਂ? ਜਿਹਨੇ ਬਲਾਸਟ ਕਰਾਇਆ ਇਲੈਕਸ਼ਨ ਜਿੱਤਣ ਲਈ, ਕੀ ਕੀਤਾ ਦੋਸ਼ੀਆਂ ਦੇ ਖਿਲਾਫ ਕੰਮ? ਹਾਈ ਕੋਰਟ ਨੇ ਸਿੱਟ ਨੂੰ ਬੁਲਾਇਆ ਕਿ ਤੁਸੀਂ ਮੁਲਜ਼ਮ ਕਿਉਂ ਨਹੀਂ ਫੜਦੇ? ਉੱਥੇ ਕਹਿ ਰਿਹਾ ਕਿ ਹਲੇ ਅਸਲੀਅਤ ਨਹੀਂ ਹੋ ਰਹੀ, ਨੇੜੇ ਪਹੁੰਚ ਗਏ ਆ, ਨੇੜੇ ਇੰਨੇ ਪਹੁੰਚ ਗਏ ਕਿ ਸੌਂਗੇ। ਬਠਿੰਡਾ 'ਚ ਕੇਸ ਤਾਂ ਤੁਹਾਡੀ ਗਵਰਨਮੈਂਟ ਦੇ ਟਾਈਮ ਖਤਮ ਹੋਇਆ ਸੀ ਨਾ 2012 'ਚ। ਮੇਰੀ ਗੱਲ ਸੁਣੋ, ਖਤਮ ਨਹੀਂ, ਠੰਡੇ ਬਸਤੇ ਪਾਤਾ ਨਾ, ਜਿੱਥੇ ਇਹਨਾਂ ਨੂੰ ਸੂਟ ਨਹੀਂ ਕਰਦਾ ਠੰਡੇ ਬਸਤੇ ਪਾਤਾ। ਜਿੱਥੇ 5 ਮੌਤਾਂ ਹੋਈਆਂ, ਇਹ ਆਪਾਂ 2 ਮੌਤਾਂ ਬੜੀਆਂ ਮਾੜੀਆਂ ਨੇ, ਕੋਈ ਬੰਦਾ ਜਸਟੀਫਾਈ ਨਹੀਂ ਕਰ ਸਕਦਾ ਮੌਤ ਕਿਸੇ ਵੀ ਕਾਰਨ 'ਚ ਹੋਵੇ, ਕਿਉਂ ਵੀ ਹੋਵੇ। ਜਿੱਥੇ 5 ਹੋਈਆਂ ਉਹ ਲਵਾਰਸ ਸੀਗੇ, ਉਹਨਾਂ ਦਾ ਵਾਰਿਸ ਕੋਈ ਨਹੀਂ ਸੀਗਾ। ਨਹੀਂ, ਆਪਾਂ ਉਹਨਾਂ ਦਾ ਵੀ ਹਿਸਾਬ ਲਵਾਂਗੇ ਇਹਨਾਂ ਤੋਂ, ਲੇਕਿਨ ਤੁਹਾਡੀ ਗਵਰਨਮੈਂਟ ਦੇ ਟਾਈਮ 'ਚ ਚਾਰਜ ਸ਼ੀਟ 'ਚ ਜ਼ਿਕਰ ਹੈ ਕਿ ਚੋਣਾਂ ਤੋਂ 5 ਦਿਨ ਪਹਿਲਾਂ 25 ਜਨਵਰੀ ਨੂੰ ਉਹ ਕੇਸ ਜਿਹੜਾ ਖਤਮ ਕੀਤਾ। ਬਿਲਕੁਲ ਹੋਇਆ ਹੋਣਾ, ਮੈਨੂੰ ਫੈਕਟਸ ਬਾਰੇ ਨਹੀਂ ਪਤਾ, ਮੈਂ ਇਹਨੂੰ ਕੰਟੈਸਟ ਨਹੀਂ ਕਰਦਾ, ਜੋ ਤੁਸੀਂ ਕਹਿੰਦੇ ਹੋ ਠੀਕ ਹੋਊਗਾ, ਹੋ ਸਕਦਾ। ਪਰ ਵੋਟ ਲੈਣ ਤਾਂ ਚੀਫ ਮਿਨਿਸਟਰ ਸਾਹਿਬ ਜਾ ਰਹੇ ਨੇ ਉੱਥੇ ਡੇਰੇ 'ਚ, ਹੈਲੀਕਾਪਟਰ ਤੇ ਤੁਸੀਂ ਵੀਡੀਓ ਵੀ ਵਾਇਰਲ ਹੋਈ ਦੇਖੀ, ਜੇ ਕਹਿੰਦੇ ਮੈਂ ਦਿਖਾ ਦਿੰਦਾ। ਉਹ ਤਾਂ ਸਰ ਤੁਹਾਡੇ ਲੀਡਰ ਵੀ ਗਏ ਸੀ, ਤੁਸੀਂ ਤੇ ਤਨਖਾਹੀਏ ਲਾਏ ਉਹਨਾਂ ਨੂੰ। ਸਾਡੇ ਲੀਡਰ ਗਏ ਨਾ, ਉਹਨਾਂ ਦੇ ਟੌਪਮੈਨ ਗਏ, ਉਹਨਾਂ ਦੇ ਟੌਪਮੈਨ ਗਏ। ਇਹਨਾਂ ਦੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਬੀਬੀ ਪੱਠਲ ਜਿਹੜੇ ਤਨਖਾਹੀਏ ਡਿਕਲੇਅਰ ਕੀਤੇ ਆ, ਹੁਣ ਤੱਕ ਨਹੀਂ ਗਏ। ਇਹਨਾਂ ਦੇ ਬਾਕੀ ਕੇਵਲ ਸਿੰਘ ਢਿੱਲੋਂ ਵਗੈਰਾ ਦੂਸਰੇ ਕਾਂਗਰਸੀ ਉੱਥੋਂ ਮਾਫੀ ਮੰਗ ਕੇ ਆਏ ਆ। ਨਹੀਂ, ਫਿਰ ਉਹ ਡੇਰੇ ਦੇ ਖਿਲਾਫ ਕਿਉਂ ਚੱਲਣਗੇ ਪੁਲਿਸ ਜਾਂਚ 'ਚ? ਉਹ ਪੁਲਿਸ ਜਾਂਚ 'ਚ ਤਾਂ ਡੇਰੇ ਦੇ ਵੀ ਖਿਲਾਫ ਚੱਲ ਰਹੇ ਆ, ਅਕਾਲੀ ਦਲ ਦੇ ਵੀ ਖਿਲਾਫ ਚੱਲ ਰਹੇ ਆ। ਜੇ ਉੱਥੇ ਵੋਟ ਮੰਗਣ ਜਾਂਦੇ ਆ ਤਾਂ ਫਿਰ ਖਿਲਾਫ ਨਹੀਂ ਚੱਲਣਗੇ। ਇੱਕ ਗੱਲ ਦੱਸੋ, ਇਹਨਾਂ ਨੇ ਅੱਜ ਤੱਕ ਡੇਰੇ ਦੇ ਖਿਲਾਫ ਐਕਸ਼ਨ ਕੀ ਲਿਆ, ਮੈਨੂੰ ਇਹ ਦੱਸ ਦਿਓ। ਐਸਆਈਟੀ ਕਹਿ ਰਹੀ ਹੈ ਅਸੀਂ ਤਾਂ ਪੁੱਛਗਿੱਛ ਕਰਨ ਗਏ ਸੀਗੇ। ਪੁੱਛ ਤੇ ਸਦਾ ਨਹੀਂ, ਹਰਿਆਣਾ ਸਰਕਾਰ ਤੇ ਉਹਨਾਂ ਦੀ ਅਥਾਰਟੀਜ਼ ਨੇ ਅਲਾਉ ਹੀ ਨਹੀਂ ਕੀਤਾ ਜੇਲ੍ਹ 'ਚ। ਇੱਕ ਸੈਕਿੰਡ, ਮੇਰੀ ਇੱਕ ਗੱਲ ਸੁਣ ਲਓ। ਤੁਸੀਂ ਜਰਨਲਿਸਟ ਹੋ, ਮੇਰੇ ਕਾਫੀ ਤਜਰਬੇ ਹਨ, ਮੇਰੀ ਇੱਕ ਗੱਲ ਦਾ ਜਵਾਬ ਸਰਕਾਰ ਦੇ ਦੇਵੇ, ਤੁਹਾਡੇ ਰਾਹੀਂ ਮੈਂ ਪੁੱਛਦਾ। 25,000 ਬੰਦਾ ਪੰਜਾਬ 'ਚੋਂ, ਜਿਸ ਦਿਨ ਰਾਮ ਰਹੀਮ ਦਾ ਫੈਸਲਾ ਹੋਣਾ ਸੀ ਪੰਚਕੂਲੇ, ਪੰਜਾਬ 'ਚੋਂ ਸਰਕਾਰ ਦੀਆਂ ਬੱਸਾਂ ਰਾਹੀਂ ਗਿਆ। ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਕਿ ਜੋ ਹਰਿਆਣੇ ਵਾਲੇ ਕਹਿ ਰਹੇ ਸੀਗੇ ਕਿ ਪੰਜਾਬ ਵਾਲਿਆਂ ਨੇ ਬੰਦੇ ਭੇਜੇ? ਨਹੀਂ, ਫਿਰ ਜਦ ਵਾਪਸ ਉੱਥੇ ਲੱਗਿਆ ਕਰਫਿਊ, ਪੰਜਾਬ 'ਚੋਂ ਗਿਆ, ਪੰਜਾਬ ਦੀ ਪੁਲਿਸ ਨੇ ਐਸਕੌਰਟ ਕਰਕੇ ਪੰਜਾਬ ਦੇ ਬਾਰਡਰ ਤੋਂ ਲੈ ਕੇ ਮਾਨਸਾ, ਬਠਿੰਡਾ, ਫਿਰੋਜ਼ਪੁਰ, ਮਲੋਟ ਤੱਕ ਉਹ ਬੰਦੇ ਡਰਾਈਵਰ ਸਰਕਾਰੀ ਬੱਸਾਂ ਦੇ ਢੋਕੇ ਉੱਥੇ ਛੱਡੇ। ਸਰ ਉਹ ਤਾਂ ਜ਼ਿਆਦਾ ਖੂਨ ਖਰਾਬਾ ਹੋ ਜਾਂਦਾ ਸੀ, ਚੰਗੀ ਗੱਲ ਸੀ। ਫੈਸਿਲਿਟੇਟ ਕਿਉਂ ਕੀਤਾ? ਜਿਹੜੇ ਮੁਲਜ਼ਮ ਸੀ, ਜਿਹੜੇ ਅਗਜ਼ਨੀ ਦੇ ਮੁਲਜ਼ਮ ਸੀਗੇ, ਉਹਨਾਂ ਨੂੰ ਪ੍ਰੋਟੈਕਸ਼ਨ ਕਿਉਂ? ਫਿਰ ਇਨੋਸੈਂਟ ਨੂੰ ਵੀ ਸੱਟਾਂ ਲੱਗ ਸਕਦੀਆਂ। ਮੇਰੀ ਗੱਲ ਸੁਣੋ ਨਾ ਜੀ, ਲੱਗ ਸਕਦੀਆਂ, ਪਰ ਵਾਈ ਵੀ ਫੈਸਿਲਿਟੇਟ ਦੈਨ? ਜਦ ਉਧਰ ਗਏ ਨੇ ਇੰਨੇ ਬੰਦੇ, ਪੰਜਾਬ 'ਚੋਂ ਲੰਘ ਕੇ ਗਏ ਨੇ, ਕਿਉਂ ਲੰਘਣ ਦਿੱਤੇ? ਕਿਉਂਕਿ ਤਮਾਸ਼ਾ ਦੇਖਣਾ ਸੀ ਹਰਿਆਣੇ 'ਚ ਕੀ ਹੁੰਦਾ, ਇਹੀ ਗੱਲ ਸੀ ਕਿ ਉੱਥੇ ਨਾਨ ਕਾਂਗਰਸ ਗਵਰਨਮੈਂਟ ਹੈ ਤੇ ਉਹ ਤਮਾਸ਼ਾ ਦੇਖਣਾ ਸੀ। ਫਿਰ ਉਹ ਵਾਪਸ ਵੀ ਲਿਆਂਦੇ ਕਿਉਂਕਿ ਸੂਟ ਕਰਦੇ ਸੀ। ਬੱਸਾਂ ਵੀ ਪੈਪਸੂ ਰੋਡ ਕਾਰਪੋਰੇਸ਼ਨ ਦੀਆਂ ਪਨਬਸਤੀਆਂ ਦਿੱਤੀਆਂ ਢੋਣ ਲਈ। 400 ਬੱਸ ਨੇ ਫੈਰੀ ਕੀਤਾ ਉਹ ਬੰਦਾ। ਸਿੱਟ ਦੇ 4 ਮੈਂਬਰ ਇੱਕ ਪਾਸੇ, ਇੱਕ ਪਾਸੇ, ਇਹ ਸਿੱਟ ਰਹਿ ਗਈ। ਇਟਸ ਅ ਸਿੰਗਲ ਮੈਨ ਡਿਸੀਜਨ, ਵਨ ਮੈਨ ਸ਼ੋ। ਅਨਬਲੀਵੇਬਲ, ਇਨਐਡਮਿਸਿਬਲ ਐਵੀਡੈਂਸ ਨੂੰ ਆਪਣੀ ਚਾਰਜ ਸ਼ੀਟ ਦਾ ਹਿੱਸਾ ਬਣਾਉਂਦੇ। ਆਹੀ ਜਿਹੜੇ ਬੰਦਿਆਂ ਦੇ ਅਗੇਂਸਟ ਚਲਾਨ ਕੀਤਾ, ਇਹਨਾਂ ਦੀ ਵੀ ਡੇ ਟੂ ਡੇ ਹੀਅਰਿੰਗ ਹੋਵੇ। ਜੇ ਸਟ੍ਰਿਕਚਰ ਨਾ ਪਾਸ ਹੋਣ ਇਸ ਆਫੀਸਰ ਦੇ ਅਗੇਂਸਟ ਕਿ ਇਦੋਂ ਇਨਕੈਪੇਬਲ ਆਫੀਸਰ ਕੋਈ ਨਹੀਂਗਾ ਖਾਕੀ ਯੂਨੀਫਾਰਮ 'ਚ, ਤਾਂ ਮੈਨੂੰ ਫੜ ਲੈਣਾ। ਇਹ ਡੇਰਾ ਜਿਹੜਾ ਹੈ, ਇੱਕ ਡੇਰਾ ਪੰਜਾਬ ਦੀ ਦੋਨੋਂ ਸਾਈਡ ਦੀਆਂ ਪੋਲੀਟੀਕਲ ਧਿਰਾਂ ਲਈ ਇੰਨਾ ਇੰਪੋਰਟੈਂਟ ਕਿਉਂ ਬਣ ਗਿਆ? ਕਿਉਂ ਬਿਨਾਂ ਡੇਰੇ ਦੀ ਸਪੋਰਟ ਦੇ ਨਹੀਂ ਚੋਣ ਲੜ ਸਕਦੀਆਂ? ਇਹ ਜਿਹੜੇ ਸਪੋਰਟ ਲੈਂਦੇ ਆ, ਇਹ ਤਾਂ ਦੱਸਣ ਉਹ ਕਾਂਗਰਸ ਕਹਿੰਦੀ ਹੈ ਅਕਾਲੀ ਦਲ ਲੈਣਾ ਚਾਹੁੰਦਾ, ਅਕਾਲੀ ਦਲ ਕਹਿੰਦਾ ਕਾਂਗਰਸ ਲੈਣਾ ਚਾਹੁੰਦਾ। ਤਾਂ ਗੱਲ ਸੁਣੋ, ਅਸੀਂ ਤਾਂ ਡੇਰੇ ਦੇ ਕੋੜਮਾਲੇ ਦੇ ਉਲਟ ਲੜੇ। ਅਸੀਂ ਬਠਿੰਡੇ 'ਚੋਂ ਵੀ ਹਰਾਇਆ, ਅਸੀਂ ਉਹ ਤਲਵੰਡੀ ਸਾਬੋ ਤੋਂ ਵੀ ਹਰਾਇਆ। ਬਾਈ ਇਲੈਕਸ਼ਨ ਵਿੱਚ ਜਦ ਆਪਣਾ ਜੀਤਿੰਦਰ ਮੁੰਡਾ ਜਿਤਾਇਆ, ਅਸੀਂ ਉਹਨੂੰ ਮੌੜ 'ਚ ਵੀ ਹਰਾਇਆ। ਅਸੀਂ ਨਾਲ ਹੈ ਕਿ ਇਹ ਨਾਲ ਨੇ ਜਿਨ੍ਹਾਂ ਦਾ ਕੈਂਡੀਡੇਟ ਆ ਕੁੜਮ। ਇਹਨਾਂ ਨੂੰ ਕੀ ਹਾਸਿਲ ਹੁੰਦਾ ਉਹਦੇ ਨਾਲ? ਨਹੀਂ ਹਾਸਿਲ ਕੁਛ ਉਹਦੇ ਥਰੂ ਮੈਨੇਜ ਕਰਦੇ ਦੱਸਣ। ਮੈਨੂੰ ਇੱਕ ਗੱਲ ਦੱਸ ਦੇਣ ਕਿ ਜੇ ਸਾਡੀ ਇੱਕ ਵੀ ਥਾਂ ਤੇ ਸਹਿਮਤੀ ਹੁੰਦੀ, ਇੱਕ ਥਾਂ ਤੇ ਵੀ ਸਾਡੀ ਕਨਾਇੰਸ ਹੁੰਦੀ, ਅਸੀਂ ਘੱਟੋ ਘੱਟ ਉਹਨਾਂ ਦਾ ਕੁੜਮ ਤਾਂ ਜਿਤਾ ਦਿੰਦੇ 20 ਕੈਂਡੀਡੇਟ ਖੜਾ ਕਰਕੇ। ਬਠਿੰਡੇ 'ਚੋਂ ਸਰੂਪ ਚੰਦ ਸਿੰਗਲੇ ਨੇ ਹਰਾਇਆ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਨੇ ਹਰਾਇਆ, ਮੌੜ ਤੋਂ ਜਨਮੇਜਾ ਸਿੰਘ ਸੇਖੋਂ ਨੇ ਹਰਾਇਆ। ਦੱਸੋ
ਅਸੀਂ ਨੇੜੇ ਹੋਏ ਕਿ ਇਹ ਜਿਹੜੇ ਹਰ ਵਾਰੀ ਟਿਕਟ ਦਿੰਦੇ ਆ ਹਾਰੇ ਨੂੰ 3-3 ਵਾਰੀ। ਗਰੇਵਾਲ ਸਾਹਿਬ, ਐਸਆਈਟੀ ਤਾਂ ਇਹ ਵੀ ਕਹਿੰਦੀ ਹੈ ਆਪਣੀ ਚਾਰਜ ਸ਼ੀਟ 'ਚ। ਐਸਆਈਟੀ ਨਾ ਕਹੋ ਤੁਸੀਂ, ਮੇਰੀ ਇੱਥੇ ਮੈਂ ਤੁਹਾਨੂੰ ਪਲੀਜ਼ ਟੋਕਦਾ, ਕੰਵਰ ਵਿਜੇ ਪ੍ਰਤਾਪ ਐਸਆਈਟੀ ਨੇ ਤੁਹਾਨੂੰ ਐਸਆਈਟੀ ਤੇ ਇਤਰਾਜ਼ ਨਹੀਂ? ਨਹੀਂ ਤੁਹਾਨੂੰ ਇੱਕ ਅਫਸਰ ਤੇ ਇਤਰਾਜ਼ ਹੈ? ਨਹੀਂ ਦੇਖੋ ਅਫਸਰ ਵੀ ਗੈਰ ਕਾਨੂੰਨੀ ਕਰ ਰਿਹਾ, ਗੈਰ ਕਾਨੂੰਨੀ। ਮੈਂ ਹੁਣ ਗੈਰ ਕਾਨੂੰਨੀ ਦੀ ਹੱਦ ਦੇਖ ਲਓ। ਅਕਸ਼ੇ ਕੁਮਾਰ ਪੁਲਿਸ ਹੈੱਡਕੁਆਟਰ ਤੇ ਆਇਆ, ਏਡੀਜੀਪੀ ਤੁਹਾਡੀਆਂ ਸੈਲਫੀ ਖਿਚਾ ਰਹੀ ਹੈ, ਉਹ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਕਿ ਰਾਮ ਰਹੀਮ ਨੂੰ ਮੈਂ ਕਦੇ ਜ਼ਿੰਦਗੀ 'ਚ ਮਿਲਿਆ ਹੋਵਾਂ, ਕੋਈ ਬੰਦਾ ਸਾਬਤ ਕਰ ਦੇ ਤੇ ਮੈਨੂੰ ਜੋ ਸਜ਼ਾ ਲਾਉਂਗੇ ਮੈਂ ਪ੍ਰਵਾਨ ਕਰੂੰਗਾ। ਠੀਕ। ਉਦੋਂ ਬਾਅਦ ਸਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ Z+ ਸਿਕਿਉਰਿਟੀ ਵਾਲਾ, ਮੇਰੀ ਹਰ ਮੂਵਮੈਂਟ ਬਲੂ ਬੁੱਕ 'ਚ ਰਿਕਾਰਡ ਹੁੰਦੀ ਹੈ, ਮੇਰੀ ਕਦੇ ਬੰਬੇ ਉਹਦੇ ਨਾਲ ਮੀਟਿੰਗ ਹੋਈ ਦਿਖਾ ਦਿਓ, ਮੈਨੂੰ ਫੜ ਲੈਣਾ। ਪਰ ਚਾਰਜ ਸ਼ੀਟ 'ਚ ਇਸ ਚੀਜ਼ ਦਾ ਜ਼ਿਕਰ ਹੈ। ਫਿਰ ਇਹੀ ਨਾ ਦੱਸਣ ਤਾਂ ਸਹੀ ਨਾ ਕਿ ਇਹਦਾ ਬੇਸਿਸ ਕੀ ਹੈ। ਉਹਨਾਂ ਦਾ ਫੇਸਬੁੱਕ ਅਕਾਊਂਟ ਹੈ, ਫੇਸਬੁੱਕ ਅਕਾਊਂਟ, ਕਿਉਂਕਿ ਉਹ ਇਨਵੈਸਟ ਪੰਜਾਬ 'ਚ ਬੰਬੇ ਗਏ ਹੋਏ ਸੀ ਵਿਦ 5 ਮਿਨਿਸਟਰਸ 3 ਆਫੀਸਰਸ। ਮੈਂ ਅੱਜ ਲੁਧਿਆਣੇ ਬੈਠਾ, ਲੁਧਿਆਣੇ 'ਚ ਕੋਈ ਵਾਕਿਆ ਹੋ ਜਾਏ ਤਾਂ ਮਹੇਸ਼ਿੰਦਰ ਸਿੰਘ ਦੋਸ਼ੀ ਕਿ ਲੁਧਿਆਣੇ ਬੈਠਾ। ਬੰਬੇ ਇਜ਼ ਨਾਟ ਏ ਸਮਾਲ ਵਿਲੇਜ ਕਿ ਜਿੱਥੇ ਇੱਕ ਗੰਦਾ ਵਿਆਹ ਦੂਜੇ ਨੂੰ ਮਿਲੂਗਾ ਜਾ ਕੇ। ਇਟਸ ਏ ਮੈਟਰੋਪੋਲੀਟਨ ਸਿਟੀ, ਕੈਪੀਟਲ ਆਫ ਏ ਸਟੇਟ। ਤੁਸੀਂ ਦੱਸੋ ਤਾਂ ਸਹੀ, ਤੁਸੀਂ ਹੋਰ ਕੁਛ ਨਾ ਕੱਢੋ, ਟੈਲੀਫੋਨ ਦੀ ਡਿਟੇਲ ਉਹਦੀ ਕੱਢ ਲਓ, ਟੈਲੀਫੋਨ ਦੀ ਇੱਕ ਥਾਂ ਤੇ ਲੋਕੇਸ਼ਨ ਆਵੇ ਤਾਂ ਤੁਸੀਂ ਕਹਿ ਦਿਓ ਕਿ ਇਕੱਠੇ ਹੋਏ ਹੋਣਗੇ। ਅਕਸ਼ੇ ਕੁਮਾਰ ਦੇ ਦੇਖੋ ਇਹ ਗੱਪ ਰਣਜੀਤ ਸਿੰਘ ਕਮਿਸ਼ਨ ਨੇ ਵੀ ਮਾਰੀ, ਉਹ ਪਰ ਜੱਜ ਸੀ, ਗੱਪ ਮਾਰ ਕੇ ਡਰ ਗਿਆ। ਉਹਨੇ ਲਿਖਤਾ ਕਿ ਜਿਹੜਾ ਹਰਬੰਸ ਸਿੰਘ ਗਵਾਹੀ ਦੇ ਕੇ ਗਿਆ, ਐਫੀਡੇਵਿਟ ਦੇ ਕੇ ਗਏ, ਐਫੀਡੇਵਿਟ ਉਹਨੂੰ ਦੇਣ ਨੂੰ ਕਿਹਾ ਸੀ, ਉਹ ਆਇਆ ਨਹੀਂ ਐਫੀਡੇਵਿਟ ਦੇਣ ਨੂੰ। ਮੈਨੂੰ ਲੱਗਦਾ ਸੀ ਇਹ ਗੱਲ 'ਚ ਸੱਚਾਈ ਨਹੀਂ, ਇਹ ਜੱਜ ਸਾਹਿਬ ਲਿਖਦੇ ਆ, ਜਿਹੜਾ ਕਮਿਸ਼ਨ ਇਹਨਾਂ ਦਾ ਬਣਾਇਆ ਹੋਇਆ, ਜਿਹੜੀ ਉਹ ਰਿਪੋਰਟ ਦੇ ਰਹੇ ਨੇ। ਇਹ ਉਹੀ ਅਨਬਲੀਵੇਬਲ ਇਨਐਡਮਿਸਿਬਲ ਐਵੀਡੈਂਸ ਨੂੰ ਆਪਣੀ ਚਾਰਜ ਸ਼ੀਟ ਦਾ ਹਿੱਸਾ ਬਣਾਉਂਦੇ ਆ ਤੁਸੀਂ। ਮੈਂ ਤਾਂ ਇਹ ਕਹਿਣਾ ਕਿ ਆਹੀ ਜਿਹੜੇ ਬੰਦਿਆਂ ਦੇ ਅਗੇਂਸਟ ਚਲਾਨ ਕੀਤਾ, ਇਹਨਾਂ ਦੀ ਵੀ ਡੇ ਟੂ ਡੇ ਹੀਅਰਿੰਗ ਹੋਵੇ। ਜੇ ਸਟ੍ਰਿਕਚਰ ਨਾ ਪਾਸ ਹੋਣ ਇਸ ਆਫੀਸਰ ਦੇ ਅਗੇਂਸਟ ਕਿ ਇਦੋਂ ਇਨਕੈਪੇਬਲ ਆਫੀਸਰ ਕੋਈ ਨਹੀਂਗਾ ਖਾਕੀ ਯੂਨੀਫਾਰਮ 'ਚ, ਤਾਂ ਮੈਨੂੰ ਫੜ ਲੈਣਾ। ਇਹ ਇਨਸਾਫ ਲਈ ਗੱਲ ਸ਼ੁਰੂ ਹੋਈ ਸੀ ਪੰਜਾਬ ਦੀ ਜਨਤਾ ਜਿਨ੍ਹਾਂ ਨੇ 2015 'ਚ ਧਰਨੇ ਪ੍ਰਦਰਸ਼ਨ ਕੀਤੇ ਬੇਅਦਬੀਆਂ ਤੋਂ ਬਾਅਦ। ਇਹ ਜਿਹੜੀ ਇਨਸਾਫ ਦੀ ਲੜਾਈ ਹੈ, ਇਹ ਤਾਂ ਪਰਸਨਲ ਲੜਾਈ ਹੋ ਗਈ। ਇਹਦੇ 'ਚ ਮੁੱਦਾ ਤਾਂ ਪਿੱਛੇ ਹੀ ਰਹਿ ਗਿਆ। ਪਰਸਨਲ ਮੁੱਦੇ ਆਹੀ ਤਾਂ ਰੋਨੇ ਆ ਅਸੀਂ। ਅਕਾਲੀ ਦਲ ਕੀ ਮੰਗ ਕਰਦਾ ਹੈ? ਉਹ ਯਾਰ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਸਜ਼ਾਵਾਂ ਤਾਂ ਦਿਵਾਓ। ਵੇਅਰ ਇਜ਼ ਦੀ ਟ੍ਰਾਇਲ ਅਗੇਂਸਟ ਜਿਨ੍ਹਾਂ ਦੇ ਦੋ ਗਰੁੱਪਾਂ ਦੇ ਅਗੇਂਸਟ 2 FIR ਵਿੱਚ ਖੱਟੜਾ ਸਾਹਿਬ ਦੀ ਸਿੱਟ ਨੇ ਚਲਾਨ ਪੇਸ਼ ਕੀਤਾ, ਦੱਸੋ ਕੀ ਹੈ ਉੱਥੇ? ਜਿਹੜੇ CBI ਨੇ 3 ਕੇਸ ਇਨਵੈਸਟੀਗੇਸ਼ਨ ਸਟਾਰਟ ਕੀਤੀ, ਪੁਲਿਸ ਨੇ ਰਿਮਾਂਡ ਲੈ ਕੇ ਆਪਣੀ ਉਹਨਾਂ ਦਾ ਨਾਰਕੋ ਕੀਤਾ, ਨਾਰਕੋ ਤੋਂ ਬਾਅਦ ਉਹਨਾਂ ਦੀ ਬੇਲ ਕਰਾਈ। ਗੱਲ ਤਾਂ ਦੱਸੋ ਨਾ ਲੋਕਾਂ ਨੂੰ। ਪ੍ਰੋਬਲਮ ਇਜ਼ ਦਿਸ ਕਿ ਸਭ ਤੋਂ ਸੈਂਸਿਟਿਵ, ਸਭ ਤੋਂ ਇਮੋਸ਼ਨਲ, ਸਭ ਤੋਂ ਸੀਰੀਅਸ ਮਾਮਲੇ ਨੂੰ ਪੋਲੀਟੀਕਲ ਬਣਾ ਕੇ ਕਾਂਗਰਸ ਆਪਣੀ ਪੁਰਾਣੀ ਗੇਮ ਤੇ ਆ ਗਈ। ਕਾਂਗਰਸ ਦੀ ਸ਼ੁਰੂ ਤੋਂ ਇੱਕ ਗੇਮ ਰਹੀ ਹੈ। ਕਾਂਗਰਸ, ਮੈਨੂੰ ਕੋਈ ਹੈਜ਼ਿਟੇਸ਼ਨ ਨਹੀਂ, ਐਂਟੀ ਸਿੱਖ, ਐਂਟੀ ਪੰਜਾਬ ਜਮਾਤ ਹੈ। ਉਹਨਾਂ ਨੇ ਅਕਾਲ ਤਖਤ ਵੀ ਢਾਇਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ 900 ਸਰੂਪ ਵੀ 1984 ਚ ਅਗਨ ਭੇਟ ਕੀਤੇ। ਉਹ ਕਿਸੇ ਨਾ ਕਿਸੇ ਗੱਲ ਕਰਕੇ ਅਕਾਲੀ ਦਲ ਨੂੰ ਮਾਰ ਕੇ ਸਮਝਦਾ ਕਿ ਰਾਜ ਸਾਡਾ ਹੋ ਜੂ, ਜਿਹੜਾ ਹੋਣਾ ਨਹੀਂ। ਦੇਖੋ ਇੱਕ ਸਿੱਖ ਨੂੰ ਹੀ 78 ਸੀਟਾਂ ਦੇ ਕੇ, ਤੁਸੀਂ ਤਾਂ ਵਿਪਕਸ਼ 'ਚ ਬਹਿਣ ਜੋਗੇ ਨਹੀਂ ਰਹੇ, 78 ਸੀਟਾਂ ਦੇ ਕੇ ਉਸੇ ਪਬਲਿਕ ਨੇ ਜਿਤਾਇਆ ਵੀ ਹੈ ਨਾ। ਅਸੀਂ ਹਾਈਪ ਕ੍ਰੀਏਟ ਕਰਤੀ, ਸਾਨੂੰ ਚੋਰ ਬਣਾਤਾ, ਆਪ ਬਣ ਗਏ। ਹੁਣ ਦੱਸਣ ਤਾਂ ਸਹੀ ਨਾ। ਫਿਰ ਤੁਸੀਂ ਲੋਕਾਂ ਨੂੰ ਕਿਉਂ ਕਨਵਿੰਸ ਨਹੀਂ ਕਰ ਸਕੇ ਕਿ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ? ਮੈਂ ਉਹੀ ਗੱਲ ਹੈ, ਉੱਥੇ ਸਾਡੀ ਕਮਜ਼ੋਰੀ ਰਹੀ, ਇਹ ਮੈਨੂੰ ਮੰਨਦਾ, ਤੁਹਾਡੇ ਸਾਹਮਣੇ ਮੰਨਦਾ। ਤੁਸੀਂ ਮੰਨਦੇ ਹੋ ਕਿ 2015 ਚ ਜੋਰਾ ਸਿੰਘ ਕਮਿਸ਼ਨ ਬਿਠਾਉਣ ਤੋਂ ਬਾਅਦ ਜੇ ਤੁਸੀਂ ਮੁਕੰਮਲ ਕਾਰਵਾਈ ਕੀਤੀ ਹੁੰਦੀ ਤਾਂ ਆਹ ਦਿਨ ਨਾ ਦੇਖਣਾ ਪੈਂਦਾ? ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਸੁਣੋ। ਬਿਲਕੁਲ ਮੈਂ ਤੁਹਾਨੂੰ ਭਾਈ ਸਾਹਿਬ ਹੁਣ ਧਿਆਨ ਨਾਲ ਸੁਣਨਾ, ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ। ਜਦ ਫਾਇਰਿੰਗ ਹੋਈ, ਫਾਇਰਿੰਗ ਤੋਂ 3 ਦਿਨ ਬਾਅਦ ਸਮੇਤ ਸਿੰਘ ਸੈਣੀ DGP ਬਦਲ ਦਿੱਤਾ ਗਿਆ, ਸੁਰੇਸ਼ ਅਰੋੜਾ ਜੀ DGP ਲਾਤੇ ਗਏ। ਸਾਡੇ ਵੇਲੇ ਉਹ ਪੌਣੇ 2 ਸਾਲ DGP ਰਹੇ, ਉਹ ਨਹੀਂ ਕੇਸ ਲੋਕੇਟ ਕਰ ਸਕੇ। 2 ਸਾਲ ਇਹਨਾਂ ਦੇ ਰਾਜ 'ਚ DGP ਰਹੇ, ਨਹੀਂ ਕੇਸ ਲੋਕੇਟ ਕਰ ਸਕੇ। ਕੀ ਗੱਲ ਇਨਕੰਪੀਟੈਂਟ ਸੀ? ਜੇ ਉਹ ਇਨਕੰਪੀਟੈਂਟ ਸੀ ਤਾਂ ਸਾਡੇ ਵਾਲਾ ਲਾਇਆ ਕਿਉਂ? ਜੇ ਉਹ ਕੰਪੀਟੈਂਟ ਸੀ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਜਾਵੇ ਕਿ ਤੁਸੀਂ 2 ਸਾਲ, ਚਲੋ ਸਾਡੇ ਤੇ ਤਾਂ ਦੋਸ਼ ਲਾਉਂਦੇ ਨੇ ਕਿ ਅਸੀਂ ਚੱਲਣ ਨਹੀਂ ਦਿੱਤੀ। ਮੰਨ ਲਓ ਗੱਲ ਉਹਨਾਂ ਦੀ, ਉਹਦਾ ਬਹਿਸ ਕਰੇ ਬਿਨਾ, ਕੋਈ ਜਵਾਬ ਲਏ ਬਿਨਾ ਮੰਨ ਲਓ ਕਿ ਜੇ ਉਹ ਕਹਿੰਦੇ ਹੋਣਾ ਹੋ ਸਕਦਾ, ਚਲੋ ਸੱਚ ਹੋਵੇ। ਇਹਨਾਂ ਦੇ 2 ਸਾਲ ਵੇਲੇ ਕਿਉਂ ਨਾ ਫੜੇਗਾ ਜੀ ਸੁਰੇਸ਼ ਅਰੋੜਾ ਜੀ ਤੋਂ? ਕਿਉਂਕਿ ਉਹ ਪਲਾਂਟ ਕਰਨ ਨੂੰ ਤਿਆਰ ਨਹੀਂ ਸੀ। ਲਓ ਹੁਣ ਤੁਸੀਂ ਆਹ ਗੱਲ ਛੇੜੀ ਆ, ਮੈਂ ਹੁਣ ਵੀ ਤੁਹਾਨੂੰ ਦੱਸ ਦਿੰਦਾ ਕਿ ਆਹ ਸਿੱਟ ਦੀ ਚਿੱਠੀ ਤੋਂ ਬਾਅਦ ਤੁਹਾਡੇ ਪ੍ਰੈਜ਼ੈਂਟ DGP 17 ਦਿਨ ਦੀ ਛੁੱਟੀ ਚਲੇ ਗਏ। ਨਹੀਂ, ਉਹ ਤਾਂ ਐਕਸ ਇੰਡੀਆ ਲੀਵ ਗਏ। ਉਹ ਗਏ ਆ ਨਾ ਜੀ, ਫਿਰ ਅਗਲਾ ਖੇੜਾ ਤਾਂ ਛੁਡਾਉਣਾ ਹੀ ਹੈ। ਵੈਨ ਵਨ ਡਜ਼ਨਟ ਵਾਂਟ ਟੂ ਕਮ। ਨਹੀਂ ਸਰ, ਛੁੱਟੀ ਜਾਣ ਨਾਲ ਖੇੜੇ ਨਹੀਂ ਛੁੱਟਦੇ। ਨਹੀਂ, ਖੇੜਾ ਛੁੱਟ ਗਿਆ ਨਾ ਜੀ, ਖੇੜਾ ਛੁੱਟ ਗਿਆ, ਉਹ ਚਿੱਠੀ ਥੋੜਾ ਖਤਮ ਹੋ ਜਾਊਗੀ। ਜੇ ਹੁਣ ਪ੍ਰਮੋਦ ਜੀ ਨੇ ਲਿਖਤਾ, ਇੱਕ ADGP ਨੇ ਜਿਹੜਾ CBI 'ਚ ਵੀ ਰਿਹਾ, ਕਿ ਅਸੀਂ ਡਿਸਐਸੋਸੀਏਟ ਕਰਦੇ ਆ ਆਪਣੇ ਆਪ ਨੂੰ
ਇਹ ਸਿੱਟ ਨਾਲੋਂ ਸੇ ਪਹਿਲੀ ਗੱਲ ਸਿੱਟ ਰਹੇਗੀ। ਪਹਿਲੀ ਗੱਲ ਸਿੱਟ ਦੇ 4 ਮੈਂਬਰ ਇੱਕ ਪਾਸੇ, ਇੱਕ ਪਾਸੇ, ਠੀਕ, ਇਹ ਸਿੱਟ ਰਹੇਗੀ। ਜੇ 3-2 ਹੋਈ, 1-2 ਹੋਈ, ਫਿਰ ਤਾਂ ਕੋਈ ਗੱਲ ਸੀ ਨਾ ਕਿ ਮੈਜੋਰਟੀ ਡਿਸੀਜਨ ਹੈ। ਇਟਸ ਅ ਸਿੰਗਲ ਮੈਨ ਡਿਸੀਜਨ, ਵਨ ਮੈਨ ਸ਼ੋ, ਕਿਉਂਕਿ ਹੀ ਹੈਜ਼ ਬੀਨ ਗਿਵਨ ਬਰੀਫ ਐਂਡ ਹੀ ਹੈਜ਼ ਓਬਲਾਈਡ them। ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿ ਇਹਨਾਂ ਨੂੰ ਬਰੀਫ ਦਿੱਤਾ ਹੈ? ਉਹ ਤਾਂ ਬਾਕੀਆਂ ਨੂੰ ਵੀ ਦੇ ਸਕਦੇ ਸੀ, ਉਹ ਵੀ ਉਹਨਾਂ ਦੇ। ਸਾਜੀ ਜੇ ਗੱਲ ਸੁਣੋ, ਦੂਜੇ ਇੰਨੇ ਹੀ ਵੀਕ ਜਾਂ ਇੰਨੇ ਕਿਸੇ ਗੱਲ ਦੇ ਗੁਲਾਮ ਹੁੰਦੇ, ਉਹ ਚਿੱਠੀ ਨਹੀਂ ਸੀ ਲਿਖਦੇ ਡੀਜੀਪੀ ਨੂੰ। ਜੇ ਤੁਹਾਨੂੰ ਇੰਨੀ ਪੁਖਤਾ ਜਾਣਕਾਰੀ ਹੈ ਕਿ ਬਾਕੀ ਸਿੱਟ ਦੇ ਮੈਂਬਰਾਂ ਨੇ ਔਰ ਚੀਫ ਨੇ ਚਿੱਠੀ ਲਿਖੀ ਹੈ ਕਿ ਅਸੀਂ ਇਸ ਆਈਜੀ ਦੀ ਚਾਰਜਸ਼ੀਟ ਨਾਲ ਸਹਿਮਤ ਨਹੀਂ ਹਾਂ, ਤੁਸੀਂ ਹਾਈ ਕੋਰਟ ਕਿਉਂ ਨਹੀਂ ਚਲੇ ਜਾਂਦੇ? ਅਸੀਂ ਹਾਈ ਕੋਰਟ ਜਾਵਾਂਗੇ, ਪ੍ਰੋਪਰ ਕੰਸਲਟੇਸ਼ਨ ਤੋਂ ਬਾਅਦ ਜਾਵਾਂਗੇ। ਇਹ ਅੱਜ ਆਈ ਹੈ ਪਬਲਿਕ ਵਿਊ 'ਚ, ਠੀਕ ਹੈ ਨਾ ਜੀ। ਪਰਸੋਂ ਆਈ, ਸਾਨੂੰ ਪਤਾ ਲੱਗਿਆ ਕਿ ਕੰਵਰ ਵਿਜੇ ਪ੍ਰਤਾਪ ਜੀ ਨੇ 23/5 ਨੂੰ ਚਲਾਨ ਆਪਣੇ ਦਸਤਖਤਾਂ ਹੇਠ ਦਿੱਤਾ। ਨਹੀਂ, 23/5 ਨੂੰ ਕਿਵੇਂ ਦੇ ਸਕਦੇ ਹੋ? 23 ਤਰੀਕ ਨੂੰ ਤਾਂ ਉਹ ਸੀਗੇ ਹੀ ਨਹੀਂ ਸਿੱਟ 'ਚ। 23 ਨੂੰ ਸਾਈਨ ਕਰਤੀ। ਹੁਣ ਤੁਸੀਂ ਕ੍ਰੈਡੀਬਿਲਿਟੀ ਦੇਖ ਸਕਦੇ ਹੋ। ਚੀਫ ਮਿਨਿਸਟਰ ਸਾਹਿਬ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਰਹੇ ਆ ਕਿ ਤੁਹਾਡਾ ਇਹ ਫੈਸਲਾ ਗਲਤ ਹੈ, ਇਹਨਾਂ ਨੂੰ ਹਟਾਉਣ ਦਾ। ਸੋ ਮੰਨ ਲੈਣਾ, ਹਟਾਤੇ। ਹੁਣ ਕੱਲ ਪ੍ਰੈਸ ਵਾਲਿਆਂ ਨੇ ਸਰਕਾਰ ਨੂੰ ਪੁੱਛਿਆ, ਉਹ ਕਹਿੰਦੇ ਅਸੀਂ ਤਾਂ ਪੋਸਟਿੰਗ ਤੋਂ ਹਟਾਏ ਸੀ, ਸਿੱਟ ਤੋਂ ਹਟਾਏ ਨਹੀਂ। ਨਹੀਂ, ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਫਿਰੋਜ਼ਪੁਰ ਕਿ ਉਹਨਾਂ ਨੂੰ ਅਸੀਂ ਵਾਪਸ ਲਗਾਵਾਂਗੇ ਰੈਲੀ 'ਚ, ਉਹਨਾਂ ਨੇ ਕਿਹਾ ਸੀ। ਔਰ 27 ਤਰੀਕ ਨੂੰ ਪ੍ਰੈਸ ਨੋਟ ਇਸ਼ੂ ਹੋਇਆ ਸਾਨੂੰ। ਨਹੀਂ, ਪ੍ਰੈਸ 'ਚ ਹੁਣ ਉਹ ਕਹਿੰਦੇ ਅਸੀਂ ਸਿੱਟ ਨਹੀਂ ਲਿਖਿਆ, ਸਿੱਟ ਜੋ ਕੰਟੀਨਿਊ ਕਰਦੇ ਰਹੇ ਕਿ credibility of a person, this is challan presented in the court under his signature and signed on 23rd of May 2019। ਹੁਣ ਜਿਹੜੇ ਬੰਦੇ ਕੋਲ 23/5 ਨੂੰ ਅਥਾਰਟੀ ਨਹੀਂ ਸੀ, ਹਾਊ ਹੀ ਅਸਾਈਨਡ ਦੈਟ। ਤੇ ਤੁਹਾਨੂੰ ਇਹ ਲੱਗਦਾ ਹੈ ਕਿ ਚਾਰਜ ਸ਼ੀਟ ਜਿਹੜੀ ਹੈ ਉਹ ਬਾਕੀ ਸਿੱਟ ਦੇ ਮੈਂਬਰਾਂ ਨੇ ਸਾਈਨ ਨਹੀਂ ਕੀਤੀ? ਉਹਨੇ ਨਾ ਸਿੱਟ ਕਦੇ ਛੱਡੀ, ਉਹਨੇ 2 ਮੀਟਿੰਗਾਂ ਉਸ ਦੌਰਾਨ ਕੀਤੀਆਂ। ਉਹ ਮੀਟਿੰਗਾਂ 'ਚ ਉਹਨੂੰ ਫਾਈਲ ਦੇ ਰਿਕਾਰਡ ਵੀ ਇਨਵੈਸਟੀਗੇਸ਼ਨ ਦੇ ਸਾਈਨ ਕਰਦਾ ਰਿਹਾ। ਚੀਫ ਮਿਨਿਸਟਰ ਸਾਹਿਬ ਪਬਲਿਕ ਵਿਊ 'ਚ ਕਹਿ ਰਹੇ ਆ ਕਿ ਉਹ ਹਟਾ ਦਿੱਤੇ ਗਏ ਨੇ। ਵੇਅਰ ਦੀ ਥਿੰਗ ਸਟੈਂਡਸ, ਕ੍ਰੈਡੀਬਿਲਿਟੀ ਕਿੱਥੇ ਹੈ, ਮੈਨੂੰ ਇਹ ਦੱਸ। ਕਦੀ ਤੁਸੀਂ ਕੋਰ ਕਮੇਟੀ 'ਚ ਇਹ ਮਸਲਾ ਰੱਖਿਆ ਜਾਂ ਤੁਸੀਂ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਇਹ ਮਸਲਾ ਡਿਸਕਸ ਕਰਦੇ ਹੋ ਕਿ ਅਸੀਂ ਖਾਮਖਾ ਚੀਜ਼ 'ਚ ਉਲਝੇ ਪਏ ਆ, ਅਸੀਂ ਕਿਉਂ ਸੁੱਤੇ ਰਹਿ ਗਏ 2015 'ਚ? ਤੁਹਾਡੀ ਵਿਦਿਨ ਪਾਰਟੀ ਡਿਸਕਸ ਹੁੰਦਾ ਹੈ? ਨਹੀਂ, ਇਸ ਅਸੀਂ ਲੱਗੇ ਰਹੇ ਆ। ਅਸੀਂ ਇਹਨਾਂ ਵਾਂਗੂ ਡਰਾਮਾ ਨਹੀਂ ਸੀ ਕਰਨਾ ਚਾਹੁੰਦੇ ਕਿ 2 ਬੰਦੇ ਫੜ ਕੇ ਉਹਨਾਂ ਤੇ ਪਰਚਾ ਪਾ ਕੇ ਉਹਨਾਂ ਨੂੰ ਸਜ਼ਾ ਕਰਾ ਕੇ ਤੇ ਅਸਲੀ ਮੁਲਜ਼ਮ ਬਾਹਰ ਫਿਰਦੇ ਰਹਿੰਦੇ। ਦੇਖੋ, ਮੇਨ ਇਸ਼ੂ ਆ ਗੁਰੂ ਸਾਹਿਬ ਦੀ ਬੇਅਦਬੀ। ਜਿਹੜੀ ਸੈਕੰਡਰੀ ਇਸ਼ੂ ਹੈ ਜਿਹਨੂੰ ਇਹ ਸੋ ਕਾਲਡ ਸਿੱਟ ਕਰ ਰਹੀ ਹੈ ਡੀਲ, ਇਹ ਹੈਗੀ ਹੈ ਫਾਇਰਿੰਗ ਕੋਟਕਪੂਰਾ ਤੇ ਬਹਿਬਲ ਕਲਾਂ ਦਾ। ਇਹਦੇ 'ਚ ਬੇਦਬੀ ਦਾ ਮਾਮਲਾ ਨਹੀਂ, ਕਿਉਂਕਿ ਬੇਦਬੀ ਦੇ 3 ਕੇਸ CBI ਕੋਲ ਨੇ, ਉਹ ਹਲੇ ਤੱਕ ਵਾਪਸ ਨਹੀਂ ਆਏ। ਤੁਸੀਂ, ਤੁਹਾਡਾ ਕਹਿਣ ਦਾ ਭਾਵ ਹੈ ਕਿ ਉਹ ਆਪਣਾ ਏਰੀਆ ਜੰਪ ਕਰ ਰਹੇ ਹਨ? ਏਰੀਆ ਜੰਪ ਨਹੀਂ, ਏਰੀਆ ਹੈ ਹੀ ਨਹੀਂ। ਉਹ ਏਰੀਆ ਦੱਬਣ ਨੂੰ ਫਿਰਦੇ ਨੇ। 3 ਕੇਸ CBI ਕੋਲ, 2 ਖੱਟੜਾ ਸਾਹਿਬ ਦੀ ਸਿੱਟ ਕੋਲ। ਇਹਨਾਂ ਦੇ ਕੋਲ ਜਿਹੜੇ FIR ਨੇ ਕੋਟਕਪੂਰਾ ਤੇ ਬਹਿਬਲ ਕਲਾਂ ਦਾ, ਉਹਨਾਂ 'ਚ ਬੇਦਬੀ। ਪਰ ਉਹ ਕਨੈਕਟਡ ਤੋਂ ਪੂਰੇ ਐਪੀਸੋਡ ਨਾਲ ਹੀ ਹੈ ਨਾ ਜੀ। ਕਨੈਕਟਡ ਨਹੀਂ ਜੀ, ਦੈਟ ਇਜ਼ ਅ ਕਰਾਊਡ, ਦੈਟ ਇਜ਼ ਇਨਵੈਸਟੀਗੇਸ਼ਨ ਇਜ਼ ਰਿਗਾਰਡਿੰਗ ਦੀ ਫਾਇਰਿੰਗ, ਕਿ ਫਾਇਰਿੰਗ ਜਿਹੜੀ ਕੀਤੀ ਹੈ ਜਸਟੀਫਾਈਡ ਸੀ ਤੇ ਐਕਸੈਸਿਵ ਸੀ। ਜੇ ਜਸਟੀਫਾਈਡ ਸੀ ਤਾਂ ਕਿਹਦੇ ਆਰਡਰ ਤੇ ਹੋਈ ਹੈ? ਜੇ ਐਕਸੈਸਿਵ ਹੈ ਤਾਂ ਹੂ ਇਜ਼ ਰਿਸਪੌਂਸਿਬਲ? ਉਧਰ ਨੂੰ ਤਾਂ ਜਾ ਹੀ ਨਹੀਂ ਰਹੇ। ਮੈਂ ਤੁਹਾਡੇ ਨਾਲ ਇੱਕ ਗੱਲ ਤੁਹਾਡੀ ਤਸੱਲੀ ਲਈ ਕਰਦਾ। ਲੋ, ਮੇਰਾ ਤੇ ਤੁਹਾਡਾ ਮਿਲਣਾ ਮਨ ਹੈ, ਠੀਕ ਆ ਜੀ। ਮੈਂ ਤੇ ਤੁਸੀਂ ਅੱਜ ਮਿਲ ਲੈਂਦੇ ਹੋ। ਤੁਸੀਂ 4 ਸਾਲ ਬਾਅਦ, 5 ਸਾਲ ਬਾਅਦ ਕਿਸੇ ਥਾਂ ਤੇ ਕੋਈ ਗਲਤ ਕੰਮ ਕਰ ਲੈਣੋ ਤੇ ਇਸ ਗੱਲ ਕਰਕੇ ਫੜਿਆ ਜਾਊਗਾ ਕਿ ਜੀ 31 ਮਈ ਨੂੰ ਤੁਸੀਂ ਮਹੇਸ਼ਿੰਦਰ ਸਿੰਘ ਦੇ ਨਾਲ ਜਾਂ 2 ਘੰਟੇ ਕਮਰੇ 'ਚ ਬੈਠੇ, ਤੁਸੀਂ ਤਾਂ ਸਾਜ਼ਿਸ਼ ਕਰ ਲਈ ਸੀ। ਜਦ ਉਹਦੀ ਗੱਲ ਦੀ ਹਵਾ ਵੀ ਨਹੀਂ। ਇੱਕ ਆਈਜੀ ਨੂੰ ਕੀ ਮਿਲੇਗਾ ਇਹ ਕਰਕੇ? ਆਈਜੀ ਨੂੰ ਜੀ, ਆਈਜੀ ਸਾਹਿਬ ਦੀਆਂ ਪੋਲੀਟੀਕਲ ਐਂਬੀਸ਼ਨ ਵੀ ਬੜੀਆਂ ਨੇ। ਐਵਰੀਬਾਡੀ ਨੋਜ਼ ਹੀ ਵਾਸ ਕੈਂਡੀਡੇਟ ਫਰਮ ਆਮ ਆਦਮੀ ਪਾਰਟੀ ਆਲਸੋ। ਇੱਕ ਆਈਜੀ ਨੂੰ ਕੀ ਫਾਇਦਾ ਮਿਲੇਗਾ ਇਹ ਸਭ ਕਰਕੇ? ਔਰ ਇੱਕ ਆਈਜੀ ਕਿਉਂ ਸੂਬੇ ਦੇ ਇੰਨੇ ਵੱਡੀ ਪੋਲੀਟੀਕਲ ਫੈਮਿਲੀ ਨੂੰ ਨਜਾਇਜ਼ ਇਸ ਤਰ੍ਹਾਂ ਉਹਦੇ ਖਿਲਾਫ ਪ੍ਰੋਪਗੈਂਡਾ ਕਰਨਾ ਚਾਹੇਗਾ? ਇਹ ਨੰਬਰ, ਮੈਨੂੰ ਪਹਿਲੀ ਗੱਲ, ਇਸ ਦਿਸ ਅ ਕੰਡਕਟ ਆਫ ਐਨ ਆਫੀਸਰ that he is making briefing to the press? Answer is no. ਤੁਸੀਂ ਜਿਸ ਦਿਨ ਸਿੱਟ ਬਣੀ ਹੈ, ਪਹਿਲੀ ਗੱਲ, ਸਿੱਟ spokesperson should have been either the chairman or person nominated by the chairperson. ਕੰਵਰ ਵਿਜੇ ਪ੍ਰਤਾਪ ਦਾ ਸੀ। ਜਦ ਪ੍ਰੈਸ ਨੇ ਪੁੱਛਿਆ ਕਿ ਤੁਸੀਂ ਕੀ ਕਰੋਗੇ, ਉਹ ਕਹਿੰਦੇ ਅਸੀਂ ਰਿਪੋਰਟ ਕਿਸੇ ਨੂੰ ਨਹੀਂ ਸਬਮਿਟ ਕਰਨੀ, ਅਸੀਂ ਕਿਸੇ ਨੂੰ ਅਰੈਸਟ ਨਹੀਂ ਕਰਨਾ, ਅਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਬਾਅਦ 173(8) ਦੀ ਰਿਪੋਰਟ ਕੋਰਟ 'ਚ ਦੇ ਦਾਂਗੇ। ਉਹ ਰਿਕਾਰਡ ਕੱਢ ਲਓ, ਜੇ ਮੇਰੀ ਗੱਲ ਗਲਤ ਹੋਵੇ ਮੈਨੂੰ ਫੜ ਲੈਣਾ। ਕਰਦਾ ਮੈਂ, ਉਹ ਚੀਫ ਮਿਨਿਸਟਰ ਵੀ ਕਹਿੰਦੇ ਆ ਕਿ ਅਸੀਂ ਕੋਰਟ 'ਚ ਦੇ ਦਾਂਗੇ। ਨਹੀਂ, ਫਿਰ ਫੜੇ ਕਿਉਂ ਮੁਲਜ਼ਮ? ਮੈਂ ਕਿਸੇ ਦੀ ਵਕਾਲਤ ਨਹੀਂ ਕਰਦਾ, ਮੈਂ ਕ੍ਰੈਡੀਬਿਲਿਟੀ ਦੀ ਗੱਲ ਕਰਕੇ ਕਰਦਾ।
ਅੱਛਾ, ਉਹਨਾਂ ਨੂੰ ਫੜਨ ਨਾਲ ਇਹਨਾਂ ਨੂੰ ਕੀ ਫਾਇਦਾ ਮਿਲਿਆ? ਨਹੀਂ ਸੁਣੋ, ਪਤਾ ਕੀ, ਇੱਕ ਟੈਰਰ ਕ੍ਰੀਏਟ ਕਰਨ ਲਈ ਕਿ ਅਸੀਂ ਵੀ ਮੀਨ ਬਿਜ਼ਨਸ ਵਿੱਚ ਚੱਕ ਦਿਆਂਗੇ ਫੱਟੇ। ਉਹ ਯਾਰ ਚੱਕੋ ਤੁਸੀਂ, ਮੈਂ ਕਹਿੰਦਾ ਡੀਜੀਪੀ ਨੂੰ ਵੀ ਦਿਓ ਅੰਦਰ, ਤੁਸੀਂ ਚੀਫ ਮਿਨਿਸਟਰ ਨੂੰ ਵੀ ਦਿਓ ਅੰਦਰ, ਪਰ ਐਵੀਡੈਂਸ ਤਾਂ ਲਾਓ ਉਹਦੇ ਉਲਟ, ਐਵੀਡੈਂਸ ਤਾਂ ਲਾਓ ਨਾ। ਰੇਤੇ ਦੀ ਕੰਧ ਉਸਾਰ ਕੇ ਨਾ ਉੱਪਰ ਲੈਂਟਰ ਪਾਓ। ਅਨਰਿਬਟੇਬਲ, ਅਨਰਿਫਿਊਟੇਬਲ, ਬਲੀਵੇਬਲ, ਟਰਸਟਵਰਦੀ ਐਵੀਡੈਂਸ ਲਾਓ, ਜਿਹਨੂੰ ਮਰਜ਼ੀ ਹੱਥ ਪਾਓ। ਕੌਣ ਰੋਕਦਾ ਕਾਨੂੰਨ ਦੇ ਦਾਇਰੇ ਚੋਂ? ਪਰ ਤੁਸੀਂ ਪੋਲੀਟੀਕਲ ਗੇਨ ਕਰਨ ਲਈ ਸਾਧ ਨੂੰ ਚੋਰ ਬਣਾਓ, ਇਹ ਨਹੀਂ ਕਿਸੇ ਨੇ ਪ੍ਰਵਾਨ ਕਰਨਾ। ਪਰ ਇੱਕ ਆਈਜੀ ਨੂੰ ਕੀ ਮਿਲੇਗਾ ਇਹ ਕਰਕੇ? ਆਈਜੀ ਨੂੰ ਜੀ, ਆਈਜੀ ਸਾਹਿਬ ਦੀਆਂ ਪੋਲੀਟੀਕਲ ਐਂਬੀਸ਼ਨ ਵੀ ਬੜੀਆਂ ਨੇ। ਐਵਰੀਬਾਡੀ ਨੋਜ਼ ਕਿ ਪਹਿਲਾਂ ਉਹ ਪਿਛਲੀ ਵਾਰ ਪੇਪਰਸ 'ਚ, ਇਲੈਕਟ੍ਰੋਨ ਇਹਦੇ 'ਚ, ਪ੍ਰਿੰਟ ਮੀਡੀਆ 'ਚ ਹੀ ਵਾਸ ਕੈਂਡੀਡੇਟ ਫਰਮ ਆਮ ਆਦਮੀ ਪਾਰਟੀ ਆਲਸੋ। ਤੁਹਾਨੂੰ ਲੱਗਦਾ ਉਹ ਪੋਲੀਟੀਕਲ ਐਂਬੀਸ਼ਨਸ ਲਈ ਇਹ ਸਭ ਕਰ ਰਹੇ? ਬਿਲਕੁਲ ਬਿਲਕੁਲ, ਕਿਉਂ ਨਹੀਂ ਹੁੰਦੀਆਂ। ਦੇਖੋ ਹੋਣੀ ਵੀ ਚਾਹੀਦੀ। ਕਈ ਅਫਸਰ ਅੱਜ ਫੋਰਨ ਸੈਕਟਰੀ ਵੀ ਮਿਨਿਸਟਰ ਬਣੇ, ਉਹ ਕੋਈ ਬਾਹਰ ਨਹੀਂ, ਪਰ ਉਹਦੇ ਤੁਹਾਡੇ ਅਲਾਈਜ਼ ਦੇ ਜਿਹੜੇ ਉਹ ਹੈਗੇ ਆ, ਉਹ ਸੈਂਟਰ 'ਚ ਵੀ ਮਿਨਿਸਟਰ ਹੋ ਗਏ, ਕੋਈ ਬਾਹਰ ਨਹੀਂ, ਪਰ ਉਹਦੇ ਪਿੱਛੇ ਪਾਪ ਨਾ ਕਮਾਓ। ਜਿਹੜੀ ਪ੍ਰੈਜ਼ੈਂਟ ਡਿਊਟੀ ਆ ਉਹਨੂੰ ਇਮਾਨਦਾਰੀ ਨਾਲ ਨਿਭਾਓ। ਦੇਖੋ ਡਿਸਓਨੈਸਟੀ ਲਈ ਇਹ ਨਹੀਂ ਹੁੰਦੀ ਕਿ ਮੈਂ ਪੈਸੇ ਲੈਣਾ। ਜੇ ਮੈਂ ਆਪਣੀ ਡਿਊਟੀ ਓਨੈਸਟਲੀ ਨਹੀਂ ਕਰਦਾ, ਦੈਟ ਇਜ਼ ਆਲਸੋ ਐਨ ਡਿਸਓਨੈਸਟ ਐਕਟ। ਤੁਸੀਂ ਹੁਣ ਮੇਰੇ ਨਾਲ ਸਹਿਮਤ ਹੋ ਗਏ ਨਾ ਕਿ 27 ਤਰੀਕ ਤੱਕ ਇਹਨਾਂ ਕੋਲ ਸਿੱਟੇ ਦੇ ਇਖਤਿਆਰ ਸੀ, ਇਹ ਸਹਿਮਤ ਹੋ ਕਿ ਨਹੀਂ? ਪ੍ਰੈਸ ਨੋਟ ਆਇਆ ਸੀ ਸਰਕਾਰ ਦਾ ਕਿ ਲਗਾਤਾ ਦੁਬਾਰਾ। ਸਹਿਮਤ ਹੋ ਨਾ? ਫਿਰ ਆ 23 ਤਰੀਕ ਨੂੰ ਚਾਰਜ ਸ਼ੀਟ ਹੋ ਗਈ, ਤੁਸੀਂ ਤਸੱਲੀ ਵੀ ਕਰ ਲੈਣਾ ਮੇਰੀ ਗੱਲ ਮੰਨਣ ਤੋਂ ਪਹਿਲਾਂ। ਫਿਰ ਇਹ ਗਲਤ ਆ ਨਾ? ਇਹਦਾ ਮਤਲਬ ਉਸ ਦਿਨ ਕੋਲ ਉਹਦੇ ਕੋਲ ਇਖਤਿਆਰਾਤ ਨਹੀਂ ਸੀ, ਫਿਰ ਉਹਨੇ ਕਿਉਂ ਕੀਤੇ? ਓਵਰ ਜ਼ੈਲਸ, ਕਿਹਨੂੰ ਖੁਸ਼ ਕਰਨ ਲਈ? ਮੈਂ ਹੁਣ ਤੁਹਾਨੂੰ ਦੱਸ ਦਿੰਦਾ ਵਕੀਲ ਦੇ ਤੌਰ ਤੇ ਕਿਉਂ ਕੀਤਾ ਹੈ। ਦੱਸੋ। ਕਿਉਂਕਿ 28 ਤਰੀਕ ਨੂੰ ਚਰਨਜੀਤ ਸ਼ਰਮੇ ਦੀ ਬੇਲ ਲੱਗੀ ਸੀ, 90 ਦਿਨ ਚਲਾਣ ਦੇ ਹੁੰਦੇ ਸੀ, ਕਿ ਉਸ ਗਰਾਊਂਡ ਤੇ ਨਾ ਬੇਲ ਹੋ ਜੇ, ਚੱਕ ਕੇ ਕਰਤਾ। ਬੇਲ ਤਾਂ ਫਿਰ ਵੀ ਹੋਗੀ, ਪਰ ਜੇ ਤੂੰ ਆਥੋਰਾਈਜ਼ ਨਹੀਂ ਸੀ, ਤੂੰ ਚੇਅਰਮੈਨ ਤੋਂ ਸਾਈਨ ਕਰਾ ਲੈਂਦਾ, ਤੁਸੀਂ ਕਿਸੇ ਹੋਰ ਮੈਂਬਰ ਤੋਂ ਸਾਈਨ ਕਰਾ ਕੇ ਦੇ ਦਿੰਦੇ। ਉਹਨਾਂ ਨੇ ਕੀਤੇ ਨਹੀਂ। ਇਹ ਤਾਂ ਜਦ ਦੇਖੋ ਗੱਲਾਂ ਨਿਕਲਣਗੀਆਂ ਨਾ, ਸੱਚ ਸਾਹਮਣੇ ਆਊਗਾ ਜਦ ਛਾਨਣਾ ਲੱਗਿਆ। ਮੈਂ ਇਹ ਮੰਨ ਕੇ ਚੱਲਾਂ ਤੁਹਾਡੀ ਸਾਰੀ ਗੱਲਾਂ ਸੁਣਨ ਤੋਂ ਬਾਅਦ ਕਿ ਪੰਜਾਬ 'ਚ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਊਗੀ ਤਾਂ ਇਹਨਾਂ ਅਫਸਰਾਂ ਤੋਂ, ਤੁਹਾਡੇ ਐਟੀਟਿਊਡ ਤੋਂ ਲੱਗ ਰਿਹਾ ਮੈਨੂੰ, ਤੁਸੀਂ ਹਿਸਾਬ ਲਓਗੇ ਕਿ ਕੀ ਠੀਕ ਸੀ ਕੀ ਗਲਤ। ਅਸੀਂ ਕਿਸੇ ਅਫਸਰ ਦੇ ਉਲਟ ਨਹੀਂ, ਕਿਸੇ ਅਫਸਰ ਦੇ ਉਲਟ ਨਹੀਂ। ਜਿੰਨਿਆਂ ਨੇ ਬਾਦਲ ਸਾਹਿਬ ਦੇ ਅਗੇਂਸਟ ਕਰਪਸ਼ਨ ਦੇ ਕੇਸ ਕੀਤੇ, ਅਸੀਂ ਕਿਸੇ ਨੂੰ ਪਨਿਸ਼ ਨਹੀਂ ਕੀਤਾ। ਪਰ ਜਿਹੜਾ ਕਾਨੂੰਨ ਦੇ ਦਾਇਰੇ 'ਚ ਆਊਗਾ, ਉਹਨੂੰ ਕਾਨੂੰਨ ਜ਼ਰੂਰ ਆਪਣੇ ਦਾਇਰੇ 'ਚ ਲਊਗਾ। ਕਿਸੇ ਬੰਦੇ ਨੂੰ ਇਹ ਕੋਈ ਇਖਤਿਆਰਾਤ ਨਹੀਂ ਕਿ ਜੇ ਉਹਨਾਂ ਕੋਲ ਕਾਨੂੰਨ ਨੇ ਕੋਈ ਅਥਾਰਟੀ ਦਿੱਤੀ, ਉਹ ਆਪਣੇ ਪਰਸਨਲ ਗੇਨ ਲਈ ਜਾਂ ਕਿਸੇ ਪੋਲੀਟੀਕਲ ਪਰਪਸ ਦੀ ਅਚੀਵਮੈਂਟ ਲਈ ਉਹ ਕੰਮ ਕਰੇ। ਉਹਨਾਂ ਨੂੰ ਇਹ ਕਾਨੂੰਨ ਨੂੰ ਹਿਸਾਬ ਜ਼ਰੂਰ ਦੇਣਾ ਪਊਗਾ। ਇਹ ਪੂਰਾ ਜਿਹੜਾ ਕੈਪਟਨ ਸਾਹਿਬ ਨੇ ਬੇਅਦਬੀਆਂ ਦੇ ਮਸਲੇ ਨੂੰ ਜਿਸ ਤਰ੍ਹਾਂ ਪਬਲਿਕ 'ਚ ਲੈ ਕੇ ਗਏ, ਉਹਦਾ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਖਮਿਆਜਾ ਭੁਗਤਣਾ ਪਿਆ। ਤੁਹਾਡੀ ਆਪ ਦੀ ਸੀਟ ਵੀ ਗਈ ਟੂ ਸਮ ਐਕਸਟੈਂਟ, ਕਹਿ ਸਕਦਾ ਟੂ ਸਮ ਐਕਸਟੈਂਟ। ਯਾਨੀ ਪੋਲੀਟੀਕਲੀ ਕੈਪਟਨ ਸਾਹਿਬ ਨੇ ਸਹੀ ਦਾਅ ਚੱਲਿਆ, ਪਰ ਉਹਨਾਂ ਦਾ ਨੁਕਸਾਨ ਵੀ ਹੋਇਆ ਜੀ। ਉਹ ਤਾਂ 13 ਦੀਆਂ 13 ਲੈਂਦੇ ਸੀ, 8 ਰਹਿ ਗਈਆਂ ਨਾ। ਨਹੀਂ, ਉਹ ਤਾਂ ਸੁਖਵੀਰ ਜੀ ਵੀ ਕਹਿੰਦੇ ਸੀ। ਨਹੀਂ, ਉਹ 8 ਰਹਿ ਗਈਆਂ ਨਾ, ਉਹ ਤਾਂ 8 ਹੀ ਰਹਿ ਗਈਆਂ ਨਾ। ਉਹਦਾ ਮਿਸ਼ਨ 13 ਸੀਗਾ। ਸਾਡੇ ਦੇਖੋ ਅਚੀਵਮੈਂਟ ਇਹਦੇ 'ਚ ਕੀ ਹੈ? ਜਿਨ੍ਹਾਂ ਨੇ ਪੰਜਾਬ ਦੀ ਅਮਨ ਅੱਗ, ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਕਾਂਗਰਸ ਦੇ ਆਖੇ ਧਰਨੇ ਲਾਏ, ਕਾਂਗਰਸ ਦੇ ਆਖੇ ਚੁੱਕੇ, ਉਹਨਾਂ ਦੇ ਪਿੰਡ 'ਚੋਂ ਸਰਦਾਰ ਸੁਖਵੀਰ ਸਿੰਘ ਬਾਦਲ 900 ਵੋਟ ਨਾਲ ਜਿੱਤੇ ਨੇ ਮੰਡ ਸਾਹਿਬ ਦੇ 'ਚ। ਸੁਣੋ, ਉਹਨਾਂ ਨੇ 4 ਕੈਂਡੀਡੇਟ ਖੜੇ ਕੀਤੇ, ਚਾਰੋਂ ਕੈਂਡੀਡੇਟ 5000 ਤੱਕ ਵੋਟ ਨਹੀਂ ਲੈ ਸਕੇ, ਐਕਸਪੋਜ਼ ਹੋ ਗਏ। ਉਹਨਾਂ ਦੇ ਮੇਨ ਸਪੋਕਸ ਪਰਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਇੱਕ ਫੈਸਲਾ ਤਾਂ ਲੋਕਾਂ ਨੇ ਦੇਤਾ ਨਾ। ਯਾਨੀ ਅਕਾਲੀ ਦਲ ਬੇਸ਼ੱਕ ਹਾਰ ਗਿਆ, ਬਾਦਲ ਪਰਿਵਾਰ ਜਿੱਤ ਗਿਆ। ਨਹੀਂ, ਅਕਾਲੀ ਦਲ ਜਿੱਤਿਆ। ਦੇਖੋ ਇੱਥੇ ਨਾ ਤੁਸੀਂ ਦੇਖੋ ਪਾਰਟੀ ਦੇ ਨੇ, ਉਹ ਤੱਕੜੀ ਦੇ ਨਾਲ ਜਿੱਤੇ। ਅਸੀਂ ਨਾ ਜੀ ਜਦ ਇਹੋ ਜਿਹੇ ਇਲਜ਼ਾਮ ਵੀ ਨਹੀਂ ਸੀਗੇ। ਇੱਕ ਮੌਕੇ ਕੱਲਾ ਗੁਰਦਾਸ ਸਿੰਘ ਬਾਦਲ ਹੀ ਜਿੱਤੇ ਸੀ ਫਰੀਦਕੋਟ। ਇਹ ਕੋਈ ਗੱਲ ਨਹੀਂ, ਨਵੀਂ ਗੱਲ ਨਹੀਂ ਹੁੰਦੀ। ਪੋਲਿਟਿਕਸ 'ਚ ਇਹ ਸੀ-ਸੌ ਹੁੰਦੀ ਆ, ਅਪ ਐਂਡ ਡਾਊਨ, ਸੀ-ਸੌ ਹੁੰਦੀ ਆ, ਅਪ ਐਂਡ ਡਾਊਨ। ਅਕਾਲੀ ਦਲ ਇੱਕ ਵੀ ਜਿੱਤੇ ਇੱਕ ਵਾਰੀ, ਉਦੋਂ ਨਾਲੇ ਅਕਾਲੀ ਗਵਰਨਮੈਂਟ ਸੀ। ਸਾਹ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਸਿਰਫ ਗੁਰਦਾਸ ਸਿੰਘ ਬਾਦਲ ਫਰੀਦਕੋਟ ਦੀ ਪਾਰਲੀਮੈਂਟਰੀ ਸੀਟ ਜਿੱਤੇ ਸੀ। ਤੁਸੀਂ ਮਾਝੇ 'ਚ ਦੇਖ ਲਓ, ਮੈਂ ਇੱਕ ਮੋਟਾ ਨਜ਼ਰ ਮਾਰ ਰਿਹਾ ਸੀ, ਹਰਦੀਪ ਪੁਰੀ ਹੋਰੀ ਦੀ। ਅਗਰ ਤੁਸੀਂ ਮਜੀਠੀਆ ਸਾਹਿਬ ਦਾ ਹਲਕਾ ਛੱਡ ਦਿਓ ਤਾਂ ਬਾਕੀ ਸਾਰੇ ਹੀ ਹਾਰੇ। ਮਜੀਠੀਆ ਸਾਹਿਬ ਤਾਂ ਫਿਰ ਉਸ ਫੈਮਿਲੀ ਦੇ ਆ ਨਾ ਜੀ, ਉਹਨਾਂ ਤੇ ਤਾਂ ਅਸਰ ਚਾਹੀਦਾ ਸੀ ਨਾ। ਬੀਬਾ ਹਰਸਿਮਰਤ ਕੌਰ ਪਿਛਲੀ ਵਾਰ ਜਿੱਤੀ ਸਿਰਫ 2 ਹਲਕਿਆਂ 'ਚੋਂ, ਲੰਬੀ ਤੇ ਸਰਦੂਲਗੜ੍ਹ ਤੋਂ। ਲੰਬੀ ਤੋਂ 35000 ਦੀ ਲੀਡ, ਸਰਦੂਲਗੜ੍ਹ ਤੋਂ 19000 ਦੀ, ਤੇ ਸੀਟ 19000 ਤੇ ਜਿੱਤ ਗਏ। ਇਹ ਸਾਰੀ ਜਿੱਤੇ 5 ਹਲਕੇ, ਬਠਿੰਡਾ, ਲੰਬੀ, ਪੁੱਚੋ, ਮਾਨਸਾ ਤੇ ਬੁਢਲਾਡਾ। 5 ਹਲਕੇ ਜਿੱਤੇ। ਉਹ ਤਾਂ ਕੈਪਟਨ ਸਾਹਿਬ ਕਹਿੰਦੇ ਸਾਡੇ ਮਿਨਿਸਟਰ ਦੀ ਗਲਤੀ ਦੀ ਵਜ੍ਹਾ ਨਾਲ ਹੋ ਗਿਆ। ਉਹ ਦਿਲ ਕੇ ਬਹਿਰਾਨੇ ਕੇ ਖਿਆਲ ਹੈ ਜੀ, ਅੱਛਾ ਹੈ ਗੱਲ, ਕੋਈ ਗੱਲ ਨਹੀਂ, ਕਹਿਣਾ ਬਣਦਾ।
ਤੇ ਉਹ ਮਿਨਿਸਟਰ ਕਹਿੰਦੇ ਆ ਕਿ ਇਹ ਤਾਂ ਸੈਟਿੰਗ ਕਰਦੇ ਫਿਰਦੇ ਸੀ ਤਾਂ ਜਿੱਤੇ। ਚਲੋ ਮਿਨਿਸਟਰ ਸਾਹਿਬ ਵੀ ਜੋ ਕਹਿਣ ਪਰਵਾਨਾ, ਮੈਂ ਹੁਣ ਹਰ ਗੱਲ ਨਾਲ ਹਰ ਇਰਰੈਲੇਵੈਂਟ ਗੱਲ ਦਾ ਮੇਰਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ। ਅੱਜ ਜਿੱਥੇ ਮੈਂ ਕਾਂਗਰਸ ਨੂੰ ਔਰ ਅਕਾਲੀ ਦਲ ਨੂੰ ਖੜੇ ਪਾ ਰਿਹਾ ਬੇਅਦਬੀਆਂ ਔਰ ਇਸ ਪੂਰੀ SIT ਜਾਂਚ ਦੇ ਮਸਲੇ ਤੇ, ਇੱਕ ਅੰਡਰਸਟੈਂਡਿੰਗ ਆਮ ਆਦਮੀ ਪਾਰਟੀ ਨੂੰ ਬਾਹਰ ਰੱਖਣ ਲਈ 2017 ਚ ਬਣੀ। ਉਹ ਅੰਡਰਸਟੈਂਡਿੰਗ ਦੇਖੋ ਇਸ SIT ਦੇ ਮਸਲੇ ਚ ਔਰ ਇਹਨਾਂ ਤੁਹਾਡੇ ਆਪਣੇ ਪੋਲੀਟੀਕਲ ਕਲੇਸ਼ ਚ ਕਿਸ ਤਰ੍ਹਾਂ ਧਾਰਾਸ਼ਾਹੀ ਹੋ ਗਈ। ਦੇਖੋ ਅਕਾਲੀ ਦਲ ਨੇ ਕੋਈ ਅੰਡਰਸਟੈਂਡਿੰਗ ਨਹੀਂ ਕੀਤੀ ਸਾਡੇ ਲਈ। ਕਿਉਂ? ਕੈਪਟਨ ਅਮਰਿੰਦਰ ਸਿੰਘ ਆਏ ਸੀ ਨਾ ਲੰਬੀ ਲੜਨ, ਕਿਉਂ ਆਏ ਸੀ ਉਹ? ਹਾਂਜੀ, ਜਲਾਲਾਬਾਦ ਰਵਨੀਤ ਬਿੱਟੂ ਗਏ ਸੀ ਲੁਧਿਆਣੇ ਤੋਂ, ਕਿਉਂ ਗਏ ਸੀ? ਉਹਨਾਂ ਨੂੰ ਪੁੱਛੋ ਉਹ ਕਿਉਂ ਗਏ ਸੀ, ਉਹ ਕਿਉਂ ਗਏ ਸੀ ਦੱਸਣ ਨਾ ਜੀ। ਉਹ ਤਾਂ ਆਪਦੇ ਜਾਣੇ ਸਾਨੂੰ ਹਰਾਉਣ ਗਏ ਸੀਗੇ ਕਿ ਸਾਡੇ ਇਦੋਂ ਪਾਵਰਫੁਲ ਕੈਂਡੀਡੇਟ ਕੋਈ ਨਹੀਂ ਗੇ। ਦੈਟ ਵਾਸ ਨਾਟ ਪਾਰਟ ਆਫ ਅੰਡਰਸਟੈਂਡਿੰਗ, ਦੈਟ ਵਾਸ देयर ਸੈਟਲਮੈਂਟ। ਰਾਹੁਲ ਗਾਂਧੀ ਇਹ ਸਾਰੀ ਬਠਿੰਡੇ ਸੀਟ ਤੇ ਗਏ ਨੇ, CM ਸਾਹਿਬ ਉੱਥੇ ਨਾਲ ਖੜ ਕੇ ਬੋਲੇ ਨੇ ਕਿ ਸਾਡੇ ਜੇ ਦਿੱਲੀ ਸਰਕਾਰ ਬਣਦੀ ਹੈ ਤਾਂ ਅਸੀਂ ਬਰਗਾੜੀ ਵਾਲਿਆਂ ਨੂੰ ਫਾਹੇ ਲਾਵਾਂਗੇ। ਪਹਿਲਾਂ ਤਾਂ ਪ੍ਰੋਸੀਕਿਊਸ਼ਨ ਵੀ ਆਪ, ਜੱਜ ਵੀ ਆਪ ਤੇ ਫੈਸਲਾ ਵੀ ਆਪ, ਇਹ ਤਾਂ ਸਾਰੀਆਂ ਗੱਲਾਂ ਕਰਦੇ ਪਏ ਨੇ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਚੀਫ ਮਿਨਿਸਟਰ ਸਾਹਿਬ ਨੇ ਦਿੱਲੀ ਪਬਲਿਸ਼ ਕਰਤੀ ਸੀ ਪਹਿਲਾਂ ਹੀ, ਜਿਸ ਦਿਨ ਗਏ ਸੀਗੇ ਕਿ ਕਮਿਸ਼ਨ ਬਣਾਵਾਂਗੇ ਜਿਹਦੇ 'ਚ ਬਾਦਲ ਗਿਲਟੀ ਹੋਲਡ ਹੋਣਗੇ। ਤੇ ਕੈਪਟਨ ਅਮਰਿੰਦਰ ਤੁਹਾਡੀ ਮਦਦ ਕਰ ਰਹੇ ਆ ਪਾਰਟੀ ਦੀ? ਨਹੀਂ ਸਾਡੀ ਨਹੀਂ ਮਦਦ ਕਰ ਰਹੇ, ਬਾਦਲ ਸਾਹਿਬ ਦੀ ਮਦਦ ਹੀ ਕਰ ਰਹੇ ਆ। ਜੇ ਪਹਿਲਾਂ ਹੀ ਕਹਿ ਦਿੰਦੇ ਇਹ ਗੱਲ ਤਾਂ ਇਹ ਉਹਨਾਂ ਨੂੰ ਪਤਾ ਹੋਣਾ ਕਿ ਕਿਉਂ ਕਿਹਾ। ਚਾਰਜ ਸ਼ੀਟ ਜੇ ਤੁਸੀਂ ਮੋਟੀ ਪੜ੍ਹੀ ਹੈ ਤਾਂ ਇੱਕ ਚੀਜ਼ ਜ਼ਰੂਰ ਸਾਬਿਤ ਹੁੰਦੀ ਹੈ। ਚਾਰਜ ਸ਼ੀਟ 6 ਮੁਲਜ਼ਮਾਂ ਦੇ ਖਿਲਾਫ ਹੈ, ਜਿਨ੍ਹਾਂ ਚੋਂ ਇੱਕ ਤੁਹਾਡੇ ਮਨਤਾਰ ਸਿੰਘ ਬਰਾੜ ਪੋਲੀਟੀਕਲ ਆਦਮੀ ਹੋ ਗਏ, ਬਾਕੀ ਸਭ ਪੁਲਿਸ ਵਾਲਿਆਂ ਦੇ ਖਿਲਾਫ ਹੈ। ਦੇਖੋ ਮੈਂ ਪੁਲਿਸ ਦਾ ਕਿਸੇ ਦਾ ਬਰੀਫ ਨਹੀਂ ਹੋਲਡ ਕਰਦਾ, ਪਰ ਮੈਂ 100% ਕਹਿਣਾ 100% ਕੱਲ ਨੂੰ ਕੋਈ ਵੀ MLA ਆਪਣੇ ਹਲਕੇ 'ਚ ਅੱਗ ਲੱਗੀ ਤੋਂ ਕਿਸੇ ਅਫਸਰ ਕੋਲ ਗੱਲ ਨਹੀਂ ਕਰੂਗਾ। ਜੇ ਉਹਦਾ ਟੈਲੀਫੋਨ ਕਰਨਾ ਕਿ ਮੇਰੇ ਹਲਕੇ 'ਚ ਅੱਗ ਲੱਗ ਰਹੀ ਹੈ, ਇਕੱਠ ਹੋ ਰਿਹਾ, ਕੋਈ ਵਾਇਲੈਂਸ ਨਾ ਹੋਵੇ, DGP ਨੂੰ ਗੱਲ ਕਰਦਾ ਹੈ ਜਾਂ CM ਨਾਲ ਗੱਲ ਕਰਦਾ ਹੈ, ਤੇ ਉਹਦਾ ਇਹ ਗੁਨਾਹ ਕਿ ਉਹਨੂੰ ਮੁਲਜ਼ਮ ਬਣਾਇਆ ਜਾਵੇ। ਅਨਹਰਡ ਇਨ ਦੀ ਪ੍ਰੈਜ਼ੀਡੈਂਟ, ਅਨਹਰਡ ਪ੍ਰੈਜ਼ੀਡੈਂਟ ਇਨ ਡੈਮੋਕ੍ਰੈਟਿਕ ਸੈਟਅਪ। ਉਹਦੇ 'ਚ ਜੋ ਮਜਮੂਨ ਪੜਿਆ ਜਾ ਰਿਹਾ ਹੈ ਉਹਦੇ 'ਚ ਇਹ ਸਾਫ਼ ਦਿਖ ਰਿਹਾ, ਹਾਲਾਂਕਿ ਚਾਰਜ ਸ਼ੀਟ 6 ਮੁਲਜ਼ਮਾਂ ਦੇ ਖਿਲਾਫ ਹੈ, ਲੇਕਿਨ ਬਾਕੀ ਜਿਹੜੇ 4 ਬੰਦੇ ਉਹਨਾਂ ਨੇ ਪਿਨ ਪੁਆਇੰਟ ਕੀਤੇ ਹੋਏ ਹੈ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਔਰ ਇੱਕ DIG ਅਮਰ ਸਿੰਘ ਚਹਿਲ, ਉਹ ਦਿਖ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਵੀ ਚਾਰਜ ਸ਼ੀਟ ਤਿਆਰ ਹੀ ਹੈ, ਕਿਉਂਕਿ ਮਜਮੂਨ ਤਾਂ ਉਹਦੇ 'ਚ ਬਣਾਤਾ ਗਿਆ ਹੈ। तो ਇਹਦਾ मतलब ਉਹਦੇ ਲਈ ਅਕਾਲੀ ਦਲ ਕੀ ਕਰੇਗਾ? ਉਹ ਤਾਂ ਦਿਖ ਰਿਹਾ ਕਿ ਸੁਖਬੀਰ ਸਿੰਘ ਬਾਦਲ ਸਾਜ਼ਿਸ਼ 'ਚ ਜਿਹੜਾ ਹੈ ਉਹਨਾਂ ਨੂੰ ਚਾਰਜ ਸ਼ੀਟ ਫਾਈਲ ਹੋਏਗੀ। ਮੈਂ ਤੁਹਾਨੂੰ ਗੱਲ ਤਾਂ ਇਹੀ ਤੁਹਾਨੂੰ ਗੱਲ ਕਹਿ ਰਿਹਾ, ਦਿਸ ਇਜ਼ ਵਾਟ ਆਈ ਐਮ ਸੇਇੰਗ ਕਿ ਥੀਸ ਆਲ ਆਰ ਪ੍ਰੀ ਡਿਸਾਈਡਡ ਥਿੰਗਸ। ਜਦ IG ਸਾਹਿਬ ਆਪਣੀ ਚਾਰਜ ਸ਼ੀਟ ਦੀ ਇਬਾਰਤ 'ਚ ਇਹ ਲਿਖ ਰਹੇ ਹੈ ਕਿ ਕੌਨਸਪੀਰੇਸੀ ਹੋਈ, ਫਿਰ ਇਨਵੈਸਟੀਗੇਸ਼ਨ ਕਾਹਦੀ ਚੱਲਦੀ ਪਈ ਹੈ ਜੀ? ਮੈਨੂੰ ਦੱਸਣ ਨਾ। ਜੇ ਇਨਵੈਸਟੀਗੇਸ਼ਨ ਅੰਡਰਵੇ ਹੈ ਫਿਰ ਇਹ ਆਬਜ਼ਰਵੇਸ਼ਨ ਕਿਉਂ? ਫਿਰ ਤਾਂ ਮਾਈਂਡ ਬਣਾਈ ਬੈਠੇ ਆ ਨਾ, ਫਿਰ ਕਿਉਂ ਰੁਕੇ? ਜੇ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਚੀਫ ਇਨਵੈਸਟੀਗੇਟਰ ਦਾ ਇਹ ਮਾਈਂਡ ਦੇਣਾ ਤਾਂ ਇਟਸ ਅ ਡਿਸਹੋਨੈਸਟ ਅਪਰੋਚ। ਫਿਰ ਤਾਂ ਤੁਹਾਨੂੰ ਇਹ ਗੱਲ ਵੀ ਬੜੀ ਸੂਟ ਕਰਦੀ ਹੋਣੀ ਗਰੇਵਾਲ ਸਾਹਿਬ ਕਿ ਚੀਫ ਮਿਨਿਸਟਰ ਸਾਹਿਬ ਹਰ ਚੌਥੀ ਵਾਰੀ ਕਹਿੰਦੇ ਆ ਖੜੇ ਹੋ ਕੇ, ਔਰ ਉਹਨਾਂ ਦੇ ਮਿਨਿਸਟਰ ਵੀ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਅੰਦਰ ਦੇਵਾਂਗੇ, ਬਾਦਲ ਤੱਕ ਜਾਂਚ ਜਾਊਗੀ, ਕੋਈ ਬਖਸ਼ਿਆ ਨਹੀਂ ਜਾਊਗਾ, ਤੇ ਤੁਹਾਨੂੰ ਤਾਂ ਸੂਟ ਕਰਦਾ ਹੈ ਕਿ ਇਹ ਤਾਂ ਪਹਿਲਾਂ ਹੀ ਚੀਫ ਮਿਨਿਸਟਰ ਨੇ ਇਹ ਗੱਲ ਕਹਿਤੀ ਸੀ, ਇਸ ਕਰਕੇ ਜਾਂਚ ਇਸ ਤਰ੍ਹਾਂ ਦੀ ਬੈਠ ਰਹੀ ਹੈ। ਤੁਸੀਂ ਹੈਰਾਨ ਹੋਵੋਗੇ ਜਦ ਵਿਧਾਨ ਸਭਾ ਦਾ ਸੈਸ਼ਨ ਹੋਇਆ, ਵਿਧਾਨ ਸਭਾ ਦੇ ਸੈਸ਼ਨ 'ਚ ਡਿਬੇਟ 'ਚ ਬਾਦਲ ਸਾਹਿਬ, ਸੁਮੇਧ ਸਿੰਘ ਸੈਣੀ ਤੇ ਦੂਸਰੇ ਅਫਸਰ ਸਬਜੈਕਟ ਸੀਗੇ। ਅਗਲੇ ਦਿਨ ਜਾਖੜ ਸਾਹਿਬ ਦਾ ਬਿਆਨ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਂਚ ਦੇ ਘੇਰੇ 'ਚ ਲਿਆਉਣਾ ਚਾਹੀਦਾ ਕਿਉਂਕਿ ਉਹ ਦਿਨਾਂ 'ਚ ਉਹ ਪੰਜਾਬ ਨਹੀਂ ਸੀ, ਬਾਹਰ ਸੀਗੇ। ਆ ਗਈ ਨਾ ਗੱਲ? ਫਿਰ ਹੁਣ ਜਾਂਚ ਕੌਣ ਚਲਾਉਂਦਾ? ਰਣਜੀਤ ਸਿੰਘ ਕਮਿਸ਼ਨ ਸੁਖਬੀਰ ਸਿੰਘ ਬਾਦਲ ਤੇ ਕੋਈ ਗੱਲ ਨਹੀਂ ਕਰਦਾ, ਸਿਰਫ ਇੰਨੀ ਗੱਲ ਕਰਦਾ ਕਿ ਹਰਬੰਸ ਸਿੰਘ ਇੱਕ ਗੱਲ ਕਹਿ ਗਿਆ ਸੀਗਾ ਪਰ ਉਹਦਾ ਸਬੂਤ ਨਹੀਂ ਹੋਇਆ, ਮੈਂ ਉਹਨੂੰ ਬਿਲੀਵ ਨਹੀਂ ਕਰਦਾ। ਉਦੋਂ ਬਿਨਾਂ ਸਾਰੀ ਰਿਪੋਰਟ ਸੁਖਬੀਰ ਸਿੰਘ ਬਾਦਲ ਬਾਰੇ ਕੀ ਹੈ? ਇਹਦਾ ਮਤਲਬ ਇੱਕ ਤਾਂ ਸਾਫ਼ ਹੈ, ਮੈਂ ਪਬਲਿਕ ਨੂੰ ਇਹ ਦੱਸਣਾ ਚਾਹਨਾ ਕਿ ਇਹ ਪੋਲੀਟੀਕਲ ਸਕੋਰ ਸੈਟਲ ਕਰਨ 'ਚ ਕੇਸ ਦਾ ਬੇੜਾ ਗਰਕ ਸਾਰੇ ਕਰ ਰਹੇ ਹਨ। ਬਿਲਕੁਲ ਕਰਤਾ ਹੈ, ਸਾਰੇ ਨਹੀਂ, ਅਸੀਂ ਨਹੀਂ ਕਰ ਰਹੇ। ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਇਮਾਨਦਾਰੀ ਨਾਲ ਕੇਸ, ਅਸੀਂ ਅੱਜ ਵੀ ਕਹਿੰਦੇ ਹਾਂ ਕਿ ਕੋਈ ਇਨਵੈਸਟੀਗੇਟਿੰਗ ਏਜੰਸੀ ਅੰਡਰ ਦੀ ਡਾਇਰੈਕਟ ਸੁਪਰਵਿਜ਼ਨ ਆਫ ਸਿਟਿੰਗ ਜੱਜ ਆਫ ਸੁਪਰੀਮ ਕੋਰਟ ਹੋਵੇ, ਅਸੀਂ ਹਰ ਤਰ੍ਹਾਂ ਕੋਆਪਰੇਟ ਕਰਾਂਗੇ। ਬਟ ਜਿਹੜੀ ਕਾਂਗਰਸ ਸਪਾਂਸਰਡ ਸਿੱਟ ਆ ਉਹਨੂੰ ਅਸੀਂ ਡਿਸਓਨ ਕਰਦੇ ਹਾਂ। ਰਣਜੀਤ ਸਿੰਘ ਕਮਿਸ਼ਨ ਤੇ ਤੁਸੀਂ ਪੁਆਇੰਟ ਆਊਟ ਕਰਤਾ ਸੀਗਾ, ਉਹ ਮੁਕੱਦਮੇਬਾਜ਼ੀਆਂ ਸ਼ੁਰੂ ਹੋ ਗਈਆਂ ਹੁਣ ਕੋਰਟ 'ਚ, ਉਹਦੇ ਤੇ ਵੀ ਸਵਾਲ ਚੱਕਦੇ ਸੀ। ਕਿਉਂ ਕਰਤਾ ਸੀ? ਸੁਣ ਲਓ ਕਿਉਂ ਕਰਤਾ ਸੀ। ਕਿਉਂਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਚੀਫ ਮਿਨਿਸਟਰ ਸਾਹਿਬ ਨੇ ਦਿੱਲੀ ਪਬਲਿਸ਼ ਕਰਤੀ ਸੀ ਪਹਿਲਾਂ ਹੀ, ਜਿਸ ਦਿਨ ਗਏ ਸੀਗੇ ਕਿ ਕਮਿਸ਼ਨ ਬਣਾਵਾਂਗੇ ਜਿਹਦੇ 'ਚ ਬਾਦਲ ਗਿਲਟੀ ਹੋਲਡ ਹੋਣਗੇ। ਤੇ ਕੈਪਟਨ ਅਮਰਿੰਦਰ ਤੁਹਾਡੀ ਮਦਦ ਕਰ ਰਹੇ ਆ ਪਾਰਟੀ ਦੀ? ਨਹੀਂ ਸਾਡੀ ਨਹੀਂ ਮਦਦ ਕਰ ਰਹੇ, ਬਾਦਲ ਸਾਹਿਬ ਦੀ ਮਦਦ ਹੀ ਕਰ ਰਹੇ ਜੇ ਪਹਿਲਾਂ ਹੀ ਕਹਿ ਦਿੰਦੇ ਇਹ ਗੱਲ ਤਾਂ। ਇਹ ਉਹਨਾਂ ਨੂੰ ਪਤਾ ਹੋਣਾ ਕਿ ਕਿਉਂ ਕਿਹਾ।
ਇਹ ਉਹਨਾਂ ਨੂੰ ਪਤਾ ਹੋਣਾ ਕਿਉਂਕਿ ਕਿਉਂਕਿ ਇੱਕ ਚੀਫ ਮਿਨਿਸਟਰ ਦੀ ਇੰਨੀ ਸਮਝ ਤਾਂ ਹੁੰਦੀ ਹੈ ਕਿ ਜੇ ਮੈਂ ਪਹਿਲਾਂ ਹੀ ਜੰਪ ਕਰ ਜਾਊਂਗਾ ਤਾਂ ਇਹਦਾ ਫਾਇਦਾ ਆਫਟਰ ਆਲ ਜਿਹਨੂੰ ਮੈਂ ਅਕਿਊਜ਼ ਕਰ ਰਿਹਾ ਉਹ ਉਸ ਬੰਦੇ ਨੂੰ ਮਿਲੇਗਾ। ਇਹ ਤਾਂ ਲੋਕਾਂ ਨੇ ਦੇਣਾ ਜੀ ਫਾਇਦਾ, ਟਾਈਮ ਨਾਲ ਮਿਲ ਜਾਊਗਾ। ਤੇ ਤੁਹਾਨੂੰ ਇਸ ਇਲੈਕਸ਼ਨ ਤੋਂ ਬਾਅਦ ਕੀ ਲੱਗਦਾ ਹੈ ਕਿ ਬੇਅਦਬੀਆਂ ਦਾ ਜੋ ਅਸਰ ਕਿਹਾ ਗਿਆ ਸੀ ਉਹ ਹੈ ਪੰਜਾਬ 'ਚ ਜਾਂ ਨਹੀਂ? ਦੇਖੋ ਲੋਕ ਹੁਣ ਕਾਫੀ ਸਮਝ ਗਏ, ਨਾਰਾਜ਼ਗੀ ਦਾ ਲੈਵਲ ਬਹੁਤ ਘਟ ਗਿਆ। ਇਟ ਕੈਨ ਬੀ ਜਸਟ ਸੇ ਕਿ ਆਟੇ ਜਨੂਨ ਰਹਿ ਗਿਆ। ਮੈਂ ਕਿਉਂ ਕਹਿੰਦਾ, ਸਭ ਤੋਂ ਸੈਂਟਰ ਇਹ ਐਕਟੀਵਿਟੀ ਦਾ ਸੀਗਾ ਬਰਗਾੜੀ ਦੇ ਨੇੜੇ ਸਭ ਤੋਂ ਇਮੀਡੀਏਟ ਤਾਂ ਹਲਕਾ ਲੱਗਦਾ ਹੈਗਾ ਬਾਘਾ ਪੁਰਾਣਾ 'ਚ ਅਸੀਂ ਅਸੈਂਬਲੀ ਇਲੈਕਸ਼ਨ ਆ ਰਹੇ ਸੀ 20,000 ਤੇ, ਅਸੀਂ ਪਾਰਲੀਮੈਂਟ 'ਚ ਆ ਰਹੇ ਹਾਂ ਸਿਰਫ 700 ਤੇ। ਰਾਜਾ ਵੜਿੰਗ ਜਿਹੜਾ ਬੀਬਾ ਹਰਸਿਮਰਤ ਉਲਟ ਖੜਿਆ, ਜਿਹੜੇ ਹਲਕੇ ਤੋਂ ਐਮਐਲਏ ਬਣਿਆ, ਉਸ ਹਲਕੇ 'ਚ ਉਹ ਕਾਂਗਰਸ 3000 ਵੋਟ ਤੇ ਹਾਰੀ ਹੈ। ਧਿਆਨ ਸਿੰਘ ਮੰਡ ਦੇ ਪਿੰਡੋਂ 900 ਵੋਟ ਤੇ ਜਿੱਤੇ ਹੈ, ਜਿਹੜਾ ਧੁਰਾ ਸੀ ਉਸ ਗੱਲ ਦਾ। ਪੰਜਾਬ ਦੇ ਲੋਕ ਅਮਨ ਚਾਹੁੰਦੇ ਨੇ, ਸ਼ਾਂਤੀ ਚਾਹੁੰਦੇ ਨੇ, ਇੱਜ਼ਤ ਨਾਲ ਜੀਣਾ ਚਾਹੁੰਦੇ ਨੇ, ਸਭ ਦਾ ਧਰਮਾਂ ਦਾ ਸਤਿਕਾਰ ਕਰਨਾ ਚਾਹੁੰਦੇ ਨੇ, ਆਪਸੀ ਭਾਈਚਾਰਾ ਚਾਹੁੰਦੇ ਨੇ। ਪਰ ਜਿਹੜੀ ਰਾਜਨੀਤੀ ਕਾਂਗਰਸ ਖੇਡ ਰਹੀ ਆ ਉਹਨੂੰ ਕਦੇ ਪ੍ਰਵਾਨ ਨਹੀਂ ਕਰਨਗੇ। ਕਰ ਫੂਕ ਕੇ ਤਮਾਸ਼ਾ ਪੰਜਾਬੀ ਦੇਖਣ ਨੂੰ ਤਿਆਰ ਨਹੀਂ। ਤੁਹਾਡੇ ਹਿਸਾਬ ਨਾਲ ਐਸਆਈਟੀ ਦੇ ਇੱਕ ਅਫਸਰ ਜਿਹੜੇ ਹੈ ਉਹ ਅਲੱਗ ਬਿਹੇਵ ਕਰ ਰਹੇ ਮੇਰੇ ਨਹੀਂ ਜੀ, ਮੈਂ ਤਾਂ ਜਿਹੜੀਆਂ ਔਰ ਬਾਕੀ ਸਭ ਅਲੱਗ ਹੈ। ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਭਾਈ ਸਾਹਿਬ ਸਾਰੀਆਂ ਰਿਕਾਰਡ ਦੇ ਬੇਸਿਸ ਕੀਤੀਆਂ। ਤੁਸੀਂ ਇਲੈਕਸ਼ਨ ਕਮਿਸ਼ਨ ਕੋਲ ਕਿਉਂ ਨਹੀਂ ਜਾਂਦੇ ਕਿ 23 ਤਰੀਕ ਨੂੰ ਚਾਰਜ ਸ਼ੀਟ ਸਾਈਨ ਹੋਈ ਹੈ ਜਦਕਿ ਤੁਹਾਡੇ ਆਰਡਰ ਦੇ ਮੁਤਾਬਿਕ ਆਈਜੀ ਹਟਣਾ ਚਾਹੀਦਾ ਸੀ? ਸਾਨੂੰ ਪਤਾ ਲੱਗਣਾ ਜੀ, ਸਾਰਾ ਕੁਝ ਕਰਾਂਗੇ। ਵੀ ਵਿਲ ਟੇਕ ਐਵਰੀ ਐਂਡ ਆਲ ਪੋਸੀਬਲ ਲੀਗਲ ਸਟੈਪ। ਬਟ ਇੱਕ ਗੱਲ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹ ਗਿੱਦੜ ਭਬਕੀਆਂ ਤੋਂ ਡਰ ਕੇ ਘਰ ਬੈਠਣ ਵਾਲਾ ਨਹੀਂ। ਬਸ ਸੁਖਬੀਰ ਬਾਦਲ ਹੁਣ ਬਾਰ-ਬਾਰ ਕਿਉਂ ਕਹਿੰਦੇ ਆ ਕਿ ਮੈਨੂੰ ਫੜ ਕੇ ਦਿਖਾਣ, ਮੈਨੂੰ ਫੜ ਕੇ ਵੱਡੇ ਬਾਲ ਸਾਹਿਬ ਨੇ ਕਿਹਾ ਫੜ ਲੈਣ। ਜੇ ਇਹਨਾਂ ਦਾ ਇੰਨੇ ਨਾਲ ਚਾਹ ਪੂਰਾ ਹੁੰਦਾ, ਵੀ ਹੈਵ ਨੋ ਆਬਜੈਕਸ਼ਨ। ਅਸੀਂ ਤਾਂ, ਸਾਡੇ ਲਈ ਤਾਂ ਸਿੱਧੀ ਗੱਲ ਲਿਖੀ ਹੋਈ ਹੈ, ਸਿੱਖ ਰਾਜਨੀਤੀ ਲਈ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੱਢਦੇ ਅਸੀਂ ਦੂਣ ਸਵਾਣੇ ਹੋਏ। ਆਖਰੀ ਸਵਾਲ, ਅਕਾਲੀ ਦਲ ਪੰਥਕ ਪਾਰਟੀ ਬਣਦੀ ਹੈ ਲੇਕਿਨ ਇੱਕ ਪੰਥਕ ਮੁੱਦੇ 'ਚ ਹੀ ਫਸ ਕੇ ਅੱਜ ਨਿਕਲਣ ਦਾ ਰਾਹ ਲੱਭ ਰਹੀ ਹੈ। ਦੇਖੋ ਦੁਸ਼ਮਣ ਬਾਤ ਕਰੇ ਹਣੋਣੀ, ਫਸਾ ਗਏ। ਇਮੋਸ਼ਨਲ ਇਸ਼ੂ ਸੀ। ਕਾਂਗਰਸ ਦੀ ਹਮੇਸ਼ਾ ਤੋਂ ਨੀਤੀ ਇਹ ਰਹੀ ਹੈ, ਭਾਵੇਂ ਉਹ 1984 ਤੋਂ ਪਹਿਲੇ ਦੀ ਸਿਚੁਏਸ਼ਨ ਹੈ, ਭਾਵੇਂ ਉਦੋਂ ਬਾਅਦ ਦੀ ਹੈ, ਕਿ ਸਿੱਖ ਲੀਡਰਸ਼ਿਪ ਵਿੱਚ ਡਿਵੀਜ਼ਨ ਕੀਤੀ ਜਾਵੇ, ਸਿੱਖ ਲੀਡਰਸ਼ਿਪ ਵੀਕ ਕੀਤੀ ਜਾਵੇ, ਪੰਜਾਬ 'ਚੋਂ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ, ਇਹਨਾਂ ਨੂੰ ਆਪਣੇ ਘਰ 'ਚ ਮਾਰਿਆ ਜਾਵੇ। ਉਹ ਟੂ ਸਮ ਐਕਸਟੈਂਟ ਇਸ ਗੇੜੇ 'ਚ ਸਾਡਾ ਨੁਕਸਾਨ ਕਰਨ 'ਚ ਕਾਮਯਾਬ ਹੋਏ। ਲੇਕਿਨ ਘਰ 'ਚ ਤੁਸੀਂ ਕਮਜ਼ੋਰ ਆਪ ਸੀਗੇ 2015 'ਚ, ਤਾਂ ਉਹਨਾਂ ਨੂੰ ਮੌਕਾ ਮਿਲਿਆ। ਤੁਸੀਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ। ਨਹੀਂ ਦੇਖੋ, ਅਸੀਂ ਬੜੇ ਔਨੈਸਟ ਸੀ, ਕਿਉਂਕਿ ਰਿਲੀਜੀਅਸ ਗੱਲ ਹੈ ਨਾ ਜਿਹੜੀ, ਉਹਦੇ ਵਿੱਚ ਨਾ ਤਾਂ ਕੋਈ ਫੁਕਰਬਾਜ਼ੀ ਮਾਰਨੀ ਚਾਹੀਦੀ ਹੈ, ਨਾ ਹੀ ਉਹਦੇ 'ਚ ਕੋਈ ਡਰਟੀ ਪੋਲਿਟਿਕਸ ਖੇਡਣੀ ਚਾਹੀਦੀ ਹੈ। ਜਿੱਥੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦਾ, ਗੀਤਾ ਦੇ ਅਦਬ ਸਤਿਕਾਰ ਦਾ, ਕੁਰਾਨ ਦੇ ਅਦਬ ਸਤਿਕਾਰ ਦੀ ਗੱਲ ਹੈ, ਜਾਂ ਬਾਈਬਲ ਦੇ ਅਦਬ ਸਤਿਕਾਰ ਦੀ ਗੱਲ ਹੈ, ਉਦੋਂ ਰਾਜਨੀਤੀ ਕੋਹਾਂ ਦੂਰ ਰੱਖਣੀ ਚਾਹੀਦੀ ਹੈ। ਜੇ ਅਸੀਂ ਰਾਜਨੀਤੀ ਕਰਨੀ ਹੁੰਦੀ, ਜਿਹੜੇ ਗੁਰੂ ਸਾਹਿਬ ਦੀ ਭੀੜ 'ਚ 3 ਗੋਲੀਆਂ ਹਰਮੰਦਰ ਸਾਹਿਬ 'ਚ ਲੰਘੀਆਂ, ਅਸੀਂ ਅੱਜ ਤੱਕ ਉੱਥੇ ਦਰਬਾਰ ਸਾਹਿਬ ਪ੍ਰਕਾਸ਼ ਕਰਦੇ ਸੰਗਤ ਨੂੰ ਦਿਖਾਉਣ ਲਈ। ਉਹ ਕਾਂਗਰਸ ਵੀ ਕਹਿੰਦੀ ਤੁਸੀਂ ਤੇ ਐਸਜੀਪੀਸੀ ਦੇ ਨਾਂ ਤੇ ਹੀ ਸ਼੍ਰੋਮਣੀ ਅਕਾਲੀ ਦਲ ਸਾਰੀ ਸਿਆਸਤ ਚਲਾਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਬਣੇ ਹੀ ਐਸਜੀਪੀਸੀ ਦੀ ਰਾਖੀ ਲਈ ਸੀਗੇ। ਇਹ ਇਨਸੈਪਰੇਬਲ 2 ਵਿੰਗ ਨੇ ਸਿੱਖ ਰਾਜਨੀਤੀ ਦੇ। ਹੁਣ ਤੁਸੀਂ ਮੈਨੂੰ ਗੱਲ ਦੱਸੋ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਲਾਏ ਹੋਏ 2 ਨਿਸ਼ਾਨ ਸਾਹਿਬ, ਇੱਕ ਮੀਰੀ ਦਾ, ਇੱਕ ਪੀਰੀ ਦਾ, ਉਹਨਾਂ ਨੂੰ ਪੱਟ ਦਿਓਗੇ ਜਾਂ ਕਾਂਗਰਸ ਪੱਟ ਦੂਗੀ? ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ ਕਿ ਇਹ ਇਸ ਪੂਰੇ ਕੇਸ ਦੀ ਇੱਕ ਬਣਾਉਟ ਤਿਆਰ ਕਰਕੇ ਇਹ ਐਸਜੀਪੀਸੀ ਚੋਣਾਂ ਵਾਲਾ ਟਾਰਗੇਟ ਕਰਨਾ ਚਾਹੁੰਦੇ? ਇਹ ਖਤਰਾ ਕਿਉਂ ਲੱਗਦਾ ਤੁਹਾਨੂੰ? ਖਤਰਾ ਨਹੀਂ ਆ, ਤੁਹਾਡੇ ਸੁਖਜਿੰਦਰ ਸਿੰਘ ਰੰਧਾਵੇ ਨੇ ਤੇ ਦੂਜੇ ਨੇ, ਉਹ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਬਾਜਵਾ ਕਿਹਾ ਨਹੀਂ ਕਿ ਹੁਣ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਲਓ। ਸਪੀਚ ਜਿਸ ਦਿਨ ਗਵਰਨਰ ਉੱਤੇ ਅਸੈਂਬਲੀ 'ਚ ਬਹਿਸ ਹੋਈ ਹੈ, ਤੇ ਤੁਸੀਂ ਕਬਜ਼ਾ ਬਚਾਉਣ ਲਈ ਤਿਆਰ ਹੋ? ਨਹੀਂ, ਕਬਜ਼ਾ ਨਹੀਂ, ਅਸੀਂ ਸੇਵਾ ਵਾਲੇ ਆ। ਕਬਜ਼ੇ ਤਾਂ ਹੁੰਦੇ ਆ ਮਕਾਨਾਂ ਦੇ ਤੇ ਪਲਾਟਾਂ ਦੇ, ਕਬਜ਼ੇ ਕਰਨ ਵਾਲੇ ਨੇ, ਅਸੀਂ ਤਾਂ ਸੇਵਾਦਾਰ ਹੈ। ਬਹੁਤ ਬਹੁਤ ਮਿਹਰਬਾਨੀ ਗਰੇਵਾਲ ਸਾਹਿਬ। ਸਾਡੀ ਗਰੇਵਾਲ ਸਾਹਿਬ ਨਾਲ ਤਾਂ ਅੱਜ ਗੱਲ ਇੱਥੇ ਹੀ ਮੁੱਕ ਗਈ ਹੈ, ਲੇਕਿਨ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਔਰ ਐਸਆਈਟੀ ਦੀ ਗੱਲ ਹੱਲੇ ਹੋਰ ਚੱਲੂ। ਤੁਸੀਂ ਇਸ ਇੰਟਰਵਿਊ ਤੇ ਆਪਣਾ ਫੀਡਬੈਕ ਮੈਨੂੰ ਮੇਰੇ ਟਵਿੱਟਰ ਹੈਂਡਲ ਤੇ ਦੇ ਸਕਦੇ ਹੋ।